ਬਲੋ ਮਹਿਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ। ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੱਟ ਗਈ ਫਿਰ ਹਾਥ ਨ ਆਵੇ। ਅਹਿਲਾ ਜਨਮ ਗਵਾਇਆ। ਦੂਜਾ ਪਾਉ ਨਾ ਦੇਈ ਲਿਵ ਲਾਗਣ। ਜਿਨ ਹਰਿ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਤਿਨ ਕੇ ਕੈ ਦੁਖ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਤਿਨ ਕੇ ਤੈ ਦੁਖ ਨਿਵਾਰੇ। ਪੌੜੀ ਰਹਾਉ। ਤੂੰ ਦਇਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਝ ਤੇ ਹੋਏ। ਐਸਾ ਆਖ ਬਖਾਨੇ। ਗੁਰਮੁਖ ਹੋਵੈ ਸੋ ਮੁਕਤ ਕਹੀਐ। ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ। ਸਦਾ ਰਹੇ ਹਰ ਨਾਲੇ। ਤਿਨ ਕੀ ਗਹਿਨ ਗਤ ਕਹੀ ਨ ਜਾਈ। ਸਚੈ ਆਪ ਸਵਾਰੇ। ਭਰਮ ਭੁਲਾਣੇ ਜੇ ਮਨਮੁਖ ਕਹੀਐ। ਨਾ ਉਰਵਾਰ ਨਾ ਪਾਰੇ। ਜਿਸਨੂੰ ਨਦਰ ਕਰੇ ਸਈ ਜਨ ਪਾਏ। ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ ਕਾਲਹਿ ਮਾਰ ਬਿਦਾਰੇ। ਨਾਨਕ ਭਾਗ ਹੋਵੈ ਜਿਸ ਮਸਤਕ ਕਾਲਹਿ ਮਾਰ ਬਿਦਾਰੇ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਹਾਜ਼ਰੀ ਭਰ ਰਹੇ ਗੁਰਮੁਖੋ ਆਪ ਸਭ ਵਡਭਾਗੇ ਹੋ। ਆਓ ਰੱਬੀ ਬਾਣੀ ਦੇ ਨਾਲ ਸਾਂਝ ਪਾਈਏ। ਬਾਣੀ ਦੀ ਵਿਚਾਰਾਂ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਸਾਂਝੀ ਕਰਨੀ ਹੈ। ਸਭ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਦੀ ਜਿਹੜੀ ਵਿਚਾਰ ਆ ਬੜੀ ਪਿਆਰ ਦੇ ਵਿੱਚ ਭਿੱਜ ਕੇ ਕੀਤੀ ਆ। ਸਾਡੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਬੜਾ ਅਮੋਲਕ ਹੈ। ਸਾਡੀ ਜ਼ਿੰਦਗੀ ਦਾ ਇੱਕ ਇੱਕ ਕਦਮ ਬੜਾ ਅਮੋਲਕ ਹੈ। ਸਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਘੜੀ ਜੱਸਾ ਬੜਾ ਅਮੋਲਕ ਹੈ। ਬੜੀ ਅਮੋਲਕ ਆ। ਵੇਖੀ ਕਿਤੇ ਬੰਦਿਆ ਇਹਨੂੰ ਅਜਾਈ ਨਾ ਗਵਾ ਲਵੀਂ।
ਅੱਜ ਤੀਜੇ ਪਾਤਸ਼ਾਹ ਜੀ ਆਪਣੇ ਦਰਬਾਰ ਦੇ ਵਿੱਚ ਗੁਰਬਾਣੀ ਦਾ ਸ਼ਬਦ ਜੋ ਬਖਸ਼ਿਸ਼ ਕਰਦੇ ਨੇ, ਸ਼ਬਦ ਦੀ ਰੌਸ਼ਨੀ ਰਾਹੀਂ ਪਹੁੰਚ ਕੀਤੀ ਹੈ। ਉਹਨਾਂ ਨੇ ਹਾਜ਼ਰੀ ਭਰਨ ਦੇ ਲਈ ਪਹੁੰਚੇ ਨੇ। ਹੁਣ ਤੀਜੇ ਪਾਤਸ਼ਾਹ ਕਹਿੰਦੇ ਐਵੇਂ ਨਾ ਮਨੁੱਖਾ ਜੀਵਨ ਗਵਾ ਲਈ। ਦੇਖ ਲਾ ਕਿਤੇ ਗੁਰੂ ਨੂੰ ਨਾ, ਉਸ ਪਰਮੇਸ਼ਰ ਨੂੰ ਲਾਹਣਤਾਂ ਨਾ ਪਾਉਣੀਆਂ ਪੈ ਜਾਣਾ। ਲਾਹਣਤਾਂ ਮੀਨ ਤ੍ਰਿਗਣਾ ਕਹਿਣਾ ਪੈ ਜਾਵੇ, ਕਿਤੇ ਉਹਨੂੰ ਫਿਟਕਾਰ ਨਾ ਪਾਉਣੀ ਪੈ ਜਾਵੇ। ਕਈ ਵਾਰ ਆਪਣੇ ਮਾਪੇ ਵੀ ਕਹਿੰਦੇ ਆ ਨਾ, ਸੰਭਲ ਜਾ ਭਾਈ, ਵੇਖ ਲਾ ਕਿਤੇ ਮੈਥੋਂ ਕੁੱਟ ਨਾ ਖਾ ਲਈ। ਇਹ ਕੌਣ ਕਹਿੰਦਾ? ਸਾਡੇ ਮਾਤਾ ਪਿਤਾ। ਜਦੋਂ ਅਸੀਂ ਉਹਨਾਂ ਦੇ ਕਹਿਣੇ ਤੋਂ ਬਾਹਰ ਹੋਵਾਂਗੇ, ਟੀਚਰ ਵੀ ਕਹਿੰਦਾ ਬਚ ਜਾ ਜੇ ਬੱਚੀ ਦਾ। ਅੱਜ ਤੀਜੇ ਪਾਤਸ਼ਾਹ ਕਹਿੰਦੇ ਬਚ, ਭਾਵ ਦੇਖੀ ਕਿਤੇ ਆਪਣੇ ਜੀਵਨ ਨੂੰ ਲਾਹਣਤ ਨਾ ਪਵਾ ਲਈ, ਫਟਕਾਰ ਨਾ ਪਵਾ ਲਈ। ਗੁਰੂ ਪਾਤਸ਼ਾਹ ਜੀ ਕੋਲੋਂ ਥੱਪੜ ਨਾ ਖਾ ਲਵੀਂ, ਬਚ। ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ ਤੂੰ ਬਚ। ਫਿਰ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਗਾ, ਦੂਜਾ ਭਾਉ ਨਾ ਦੇਈ ਲਿਵ ਲਾਗਣ। ਇੱਥੇ ਬੇਨਤੀ ਦੇ ਰੂਪ ਚ ਪਾਤਸ਼ਾਹ ਨੇ ਵਚਨ ਉਚਾਰਨ ਕੀਤੇ, ਹੇ ਪ੍ਰਭੂ, ਹੇ ਮਾਲਕ ਜੀ ਪਰਮੇਸ਼ਰ ਪਰਮਾਤਮਾ, ਇੱਕ ਕਿਰਪਾ ਕਰੋ, ਇੱਕ ਬਖਸ਼ਿਸ਼ ਕਰੋ। ਦੂਜਾ ਭਾਉ, ਦੂਜੇ ਥਾਈ ਮੇਰਾ ਜ਼ਿੰਦਗੀ ਦਾ ਕਿਸੇ ਤਰ੍ਹਾਂ ਦਾ ਵੀ ਪੱਖ ਨਾ ਜੁੜੇ। ਤਿੱਥੋਂ ਬਿਨਾਂ ਤੈਨੂੰ ਛੱਡ ਕੇ ਮੈਂ ਕਿਤੇ ਨਾ ਜਾਵਾਂ। ਇਹ ਬੇਨਤੀ ਆਪਾਂ ਵੀ ਕਰੀਏ। ਦੂਜਾ ਭਾਉ ਪਾਤਸ਼ਾਹ ਜੀ ਕਹਿੰਦੇ ਨੇ ਨਾ ਦੇਈ ਲਿਵ ਲਾਗਣ, ਮੇਰੀ ਲਿਵ, ਮੇਰਾ ਧਿਆਨ ਦੂਜੇ ਥਾਂ ਨਾ ਲੱਗੇ ਕਿਤੇ। ਤੇ ਆਪਾਂ ਕਦੇ ਕਿਹਾ ਨੀਗਾ ਵੀ ਹੇ ਪਰਮਾਤਮਾ ਮੇਰਾ ਧਿਆਨ ਕਿਤੇ ਦੂਜੇ ਥਾਂ ਦੇ ਨਾ ਚਲਾ ਜਾਵੇ, ਇੱਕ ਤੇ ਰੱਖੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਹਰ ਕੇ ਚਰਨ ਵਸਾਰੇ। ਜੋ ਜੀਵ ਉਹ ਪਰਮਾਤਮਾ ਦੇ ਚਰਨ ਵਸਾਰ ਦਿੰਦੇ ਨੇ, ਟੁੱਟ ਜਾਂਦੇ ਨੇ ਉਹਦੇ ਨਾਲੋਂ, ਤੇ ਉਹੀ ਹੀ ਦੂਜੇ ਥਾਂ ਤੇ ਜਾ ਕੇ ਜੁੜਦੇ ਨੇ। ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਉਹ ਮਨੁੱਖ ਕਦੇ ਜੋੜ ਨਹੀਂ ਸਕਦਾ, ਜਿਹਦਾ ਧਿਆਨ, ਜਿਹਦੀ ਲਿਵ ਕਿਤੇ ਹੋਰ ਲੱਗ ਗਈ। ਤੇ ਹੁਣ ਇਹ ਨਿਗਾਹ ਆਪਾਂ ਮਾਰਨੀ ਹੈ। ਤਾਈਓ ਗੁਰੂ ਸਾਹਿਬ ਨੇ ਕਿਹਾ ਵੀ ਬਚ, ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ ਬਚ, ਬਚਣ ਦੀ ਹਿੰਮਤ ਕਰ। ਦੇਖੀ ਕਿਤੇ ਧੋਖਾ ਨਾ ਖਾ ਜਾਵੇਂ, ਦੇਖੀ ਕਿਤੇ ਠੋਕਰ ਨਾ ਖਾ ਲਵੇਂ, ਦੇਖੀ ਕਿਤੇ ਗੁਰੂ ਪਰਮੇਸ਼ਰ ਦੇ ਹੁਕਮ ਤੋਂ ਟੁੱਟ ਕੇ ਲਾਹਨਤ ਫਟਕਾਰ ਨਾ ਪਵਾ ਲਵੇਂ। ਫਿਰ ਅੱਗੇ ਪਾਤਸ਼ਾਹ ਨੇ ਜ਼ਿਕਰ ਕੀ ਕੀਤਾ ਗਾ, ਪਾਤਸ਼ਾਹ ਜੀ ਕਹਿੰਦੇ ਨਾ ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਸਾਰੇ। ਹਰੀ ਪਰਮਾਤਮਾ ਦੇ ਚਰਨਾਂ ਨਾਲੋਂ ਕਦੇ ਨਾ ਵਿਛੜ। ਫਿਰ ਪਾਤਸ਼ਾਹ ਜੀ ਕਹਿੰਦੇ ਨਾ ਚਰਨ ਵਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਜਿਹੜਾ ਪਰਮੇਸ਼ਰ ਪਰਮਾਤਮਾ ਜਗਤ ਨੂੰ ਜੀਵਨ ਦੇਣ ਵਾਲਾ, ਜਗ ਜੀਵਨ ਇਉਂ ਕਹਿ ਲਓ ਜਿਹੜਾ ਸਾਰਿਆਂ ਦੇ ਵਿੱਚ ਜਿੰਦ ਪਾਉਣ ਵਾਲਾ, ਜਾਨ ਪਾਉਣ ਵਾਲਾ, ਜਗ ਜੀਵਨ ਦਾਤਾ। ਉਹ ਦਾਤਾ ਤਾਂ ਭਾਈ ਲੋਕਾਂ ਨੂੰ ਜਾਨ ਦਿੰਦਾ ਗਾ, ਲੋਕਾਂ ਵਿੱਚ ਸਵਾਸ ਪਾਉਂਦਾ ਗਾ, ਲੋਕਾਂ ਨੂੰ ਹਰ ਵਕਤ ਚੜ੍ਹਦੀ ਕਲਾ ਵਿੱਚ ਰੱਖਦਾ। ਪਰ ਜੇ ਕੋਈ ਰਹਿਣਾ ਚਾਹਵੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਜਨ ਅਸੀਂ ਉਹ ਵਾਹਿਗੁਰੂ ਜੀ ਦੇ ਸੇਵਕ ਬਣੀਏ। ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ। ਤਿਨ ਕੇ ਤੈ, ਤੂੰ ਸਾਡੇ ਸਾਰਿਆਂ ਦੇ ਦੁੱਖ ਨੇ ਜਿਹੜੇ ਉਹ ਕੱਟ ਦਿੰਦਾ ਹੈ। ਰਹਾਓ। ਹੁਣ ਇੱਥੇ ਕਿਹੜੇ ਦੁੱਖਾਂ ਦੀ ਗੱਲ ਕੀਤੀ ਆ ਤੇ ਕਿਹੜੇ ਦੁੱਖ ਵਾਹਿਗੁਰੂ ਜੀ ਕੱਟਦੇ ਨੇ? ਮਾਨਸਿਕ ਰੋਗ। ਹਰ ਵਕਤ ਪਰਮੇਸ਼ਰ ਨਾਲੋਂ ਟੁੱਟ ਕੇ ਮੋਬਾਈਲ ਫੋਨ ਤੇ ਆਪਾਂ ਨੂੰ ਪਤਾ ਘਰ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਸੀਡੀ ਵਗੈਰਾ ਪਈ ਆ, ਤੇ ਉਹਨਾਂ ਦੇ ਜ਼ਰੀਏ ਸਾਡੇ ਜੀਵਨ ਦੇ ਵਿੱਚ ਬਿਮਾਰੀਆਂ ਪੈਦਾ ਹੋ ਜਾਂਦੀਆਂ। ਉਹਨਾਂ ਤੋਂ ਉੱਪਰ ਫਿਰ ਅਸੀਂ ਕੁਝ ਗੰਦਮੰਦ ਵੇਖ ਕੇ ਪ੍ਰਭਾਵ ਥੱਲੇ ਆ ਜਾਂਦੇ, ਦਬਾਅ ਥੱਲੇ ਆ ਜਾਂਦੇ ਆ। ਦਬਾਅ ਕਿਹਦਾ ਪਿਆ? ਕਿਸੇ ਵਿਅਕਤੀ ਦਾ ਨਾ।
ਦਬਾਅ ਕਿਹਦਾ ਪਿਆ? ਜੋ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਚਾਹੇ ਉਹ ਫੋਨ 'ਚ ਆ, ਚਾਹੇ ਉਹ CD ਪਲੇ ਕੀਤੀ ਆ, ਜੋ ਮਰਜ਼ੀ ਕਿਸੇ ਵੀ ਜਰੀਏ ਰਾਹੀਂ ਜੋ ਵੇਖਿਆ ਉਹਦਾ ਸਾਡੇ ਤੇ ਅਸਰ ਹੋ ਗਿਆ। ਅਸੀਂ ਨਹੀਂ ਸੁਣੀ ਨਾ ਕਿਸੇ ਸਿਆਣੇ ਸੱਜਣ ਨੌਜਵਾਨ ਦੀ, ਨਾ ਮਾਪਿਆਂ ਦੀ, ਨਾ ਟੀਚਰ ਦੀ, ਨਾ 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 ਸੁਣੀ ਨਹੀਂ ਹੈ। ਜੇ ਸੁਣੀ ਆ ਤਾਂ ਇੱਕ TV ਦੇ ਵਿੱਚ ਆਉਣ ਵਾਲੇ ਵਿਅਕਤੀ ਦੀ ਸੁਣੀ ਆ, ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਕਿਹੋ ਜਿਹਾ ਪਾ ਰਿਹਾ ਤੇ ਕਿਹੋ ਜਿਹਾ ਖਾ ਰਿਹਾ। ਗੁਰੂ ਸਾਹਿਬ ਕਹਿੰਦੇ ਦੇਖ ਲਾ ਤੂੰ ਟੁੱਟ ਜਾਏਗਾ। ਟੁੱਟੇ ਹੋਇਆ ਨੂੰ ਨਾ ਉਹ ਪਰਮੇਸ਼ਰ ਦੀ ਥਾਂ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ। ਤੇਰੇ ਪਰਥਾਏ ਉਸ ਗੁਰੂ ਨੇ ਨਾ ਕੋਈ ਸੋ ਵਚਨ ਨਹੀਂ ਬੋਲਣਾ, ਚੰਗਾ ਵਚਨ ਨਹੀਂ ਬੋਲਣਾ, ਧੰਨਵਾਦ ਨਹੀਂ ਕਰਨਾ। ਤੇ ਨਹੀਂ ਤਾਂ ਲਿਖਿਆ ਨਾ, ਕੋਈ ਜਨ ਹਰਸੋਂ ਦੇਵੈ ਜੋਰ। ਜਿਹੜਾ ਵੀ ਜਨ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਆਪਣੇ ਆਪ ਨੂੰ ਜੋੜ ਲਵੇ ਅਤੇ ਹੋਰ ਸਰੀਰਾਂ ਨੂੰ ਵੀ ਜੋੜਨ ਦਾ ਯਤਨ ਕਰੇ। ਪਾਤਸ਼ਾਹ ਜੀ ਕਹਿੰਦੇ ਫਿਰ ਅਜਿਹੇ ਜੀਵ ਤੋਂ ਮੈਂ ਚਰਨ ਗਹੂੰ ਵਕੂ ਸੁਭ ਰਸਨਾ। ਅਜਿਹੇ ਬੰਦੇ ਦਾ ਮੈਂ ਆਪਣੇ ਮੁਖ ਦੇ ਨਾਲ ਧੰਨਵਾਦ ਕਰਾਂਗਾ। ਚਰਨ ਗਹੂੰ ਪਕੜਨਾ, ਵਕੂ ਬੋਲਣਾ, ਸੁਭ ਰਸਨਾ ਮੈਂ ਆਪਣੀ ਜ਼ੁਬਾਨ ਦੇ ਨਾਲ। ਚਰਨ ਗਹੂੰ ਵਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਮੈਂ ਆਪਣੇ ਪ੍ਰਾਣ ਵੀ ਨਾ ਉਹ ਮਨੁੱਖ ਨੂੰ ਭੇਟਾ ਦੇ ਤੌਰ ਤੇ ਦੇ ਸਕਦਾ ਜਿਹਨੂੰ ਆਪਾਂ ਕਿਹਾ ਜਗ ਜੀਵਨ। ਐਵੇਂ ਨਹੀਂ ਜਗ ਜੀਵਨ ਉਹਨੂੰ ਕਹਿੰਦੇ, ਉਹ ਜਿੰਦ ਦਿੰਦਾ, ਸਾਰਿਆਂ ਨੂੰ ਜਾਨ ਦਿੰਦਾ। ਜਿਹੜੀ ਦੁਨੀਆ ਕੋਲੇ ਵਸਤੂ ਨਹੀਂ ਨਾ ਹੈ, ਉਹ ਪਰਮੇਸ਼ਰ ਪਰਮਾਤਮਾ ਕੋਲੇ। ਜਾਨ ਕਿਹਦੇ ਕੋਲੇ ਦੁਨੀਆ 'ਚ? ਕੀ ਰਾਵਣ ਕੋਲੇ ਸੀ? ਕੀ ਜਨਮੇਜੇ ਕੋਲੇ ਸੀ? ਇਹ ਜਨਮੇਜਾ ਆਪਾਂ ਨੂੰ ਪਤਾ ਇੱਕ ਧਨਾੜ ਰਾਜਾ ਹੋਇਆ, ਉਹਦਾ ਜ਼ਿਕਰ ਕੀਤਾ ਜਾਂਦਾ ਗਾ। ਇਸ ਕਰਕੇ ਕੀ ਇਹ ਜਿੰਦ ਜਾਂ ਜਾਨ ਰਾਮ ਕੋਲੇ ਸੀ? ਰਾਮ ਦੇ ਬਾਪ ਕੀ ਇਹ ਦਸ਼ਰਥ ਕੋਲੇ ਸੀ? ਕੀ ਇਹ ਜਿੰਦ ਜਾਨ ਰਾਮ ਚੰਦਰ ਦਾ ਦਾਦਾ ਅਜੈ ਉਹਦੇ ਕੋਲੇ ਸੀ? ਸੋਚੋ ਨਾ। ਐਂਡ ਤੇ ਕੀ ਜਵਾਬ? ਉਹ ਨਹੀਂ ਕਿਸੇ ਕੋਲ। ਜਿੰਦ ਸਜਾਨ ਕਿਸੇ ਕੋਲ ਨਹੀਂ ਹੈ। ਇਹ ਜਿੰਦ ਜਾਨ ਪਾਉਣ ਵਾਲਾ ਤਾਂ ਪਰਮੇਸ਼ਰ ਪਰਮਾਤਮਾ, ਉਹਦੇ ਪਰਥਾਏ ਲਿਖਿਆ ਬਾਣੀ ਜਗ ਜੀਵਨ ਦਾਤਾ ਪੁਰਖ ਵਧਾਤਾ। ਪੁਰਖ ਨੂੰ ਵਧਾਉਂਦਾ, ਹਰ ਇੱਕ ਜੀਵ ਨੂੰ ਵਧਾਉਂਦਾ ਗਾ। ਤੇ ਜੇ ਉਹ ਪਰਮਾਤਮਾ ਜਿਹੜਾ ਜਿੰਦ ਪਾਉਂਦਾ, ਜਾਨ ਪਾਉਂਦਾ, ਜੇ ਉਹਦੇ ਕਹਿਣੇ ਵਿੱਚ ਨਾ ਤੁਰੇ ਤੇ ਫਿਰ ਫਟਕਾਰ ਕਿਹੜੀ ਆ? ਤੀਜੇ ਪਾਤਸ਼ਾਹ ਨੇ ਫਟਕਾਰ ਪਾਈ ਆ ਨਾ, ਸੁਣੋ। ਤ੍ਰਿਗ ਤ੍ਰਿਗ ਖਾਇਆ। ਦੇਖੋ ਕਿੱਡੀ ਵੱਡੀ ਫਟਕਾਰ ਪਾਤੀ। ਗੁਰੂ ਸਾਹਿਬ ਖਾਣ ਨੂੰ ਨਹੀਂ ਰੋਕਦੇ, ਬਿਲਕੁਲ ਨਹੀਂ ਰੋਕਦੇ। ਜੋ ਤੈਨੂੰ ਚੰਗਾ ਲੱਗਦਾ, ਵਧੀਆ ਲੱਗਦਾ, ਸਰੀਰ ਦੇ ਲਈ ਨੁਕਸਾਨਦੇਹ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਜੋ ਮਰਜ਼ੀ ਖਾ। ਇੱਥੇ ਲਫ਼ਜ਼ਾਂ ਵਰਤਿਆ ਜੋ ਮਰਜ਼ੀ ਖਾ, ਪਰ ਜੋ ਮਰਜ਼ੀ ਤਾਂ ਸਭ ਕੁਛ ਆ ਜਾਂਦਾ ਨਾ। ਗੰਦਮੰਦ ਲੋਕ ਖਾਈ ਜਾਂਦੇ ਨੇ, ਜੋ ਮਰਜ਼ੀ ਖਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਉਹਦੇ ਤੋਂ ਪੁੱਛ ਕੇ, ਤੇ ਜੇ ਨਾ ਪੁੱਛ ਕੇ ਖਾਧਾ ਫਿਰ ਕੀ ਕਿਹਾ? ਤ੍ਰਿਗ ਤ੍ਰਿਗ ਖਾਇਆ। ਹੁਣ ਕਿਰਪਾ ਕਰਨੀ ਸਾਰਿਆਂ ਨੇ ਇਸ ਤ੍ਰਿਗ ਤ੍ਰਿਗ ਖਾਇਆ ਵਾਲੀ ਪੰਕਤੀ ਨੂੰ ਚੇਤੇ ਰੱਖਣਾ। ਗੁਰੂ ਸਾਹਿਬ ਵਰਜ ਰਹੇ ਨੇ, ਜੇ ਪਰਮੇਸ਼ਰ ਪਰਮਾਤਮਾ ਜਗ ਜੀਵਨ ਨਾਲੋਂ ਟੁੱਟ ਕੇ ਤੇ ਤੂੰ ਖਾਣ ਪੀਣ ਵਿੱਚ ਜ਼ਿੰਦਗੀ ਜਿਉਣ ਦਾ ਦਾਵਾ ਕਰਦਾ ਨਾ, ਤਾਂ ਲਾਹਨਤ ਹੈ ਤੇਰੀ ਜ਼ਿੰਦਗੀ ਨੂੰ। ਇਸ ਬਾਰੇ ਤੁਸੀਂ ਜਾਣਦੇ ਹੋ, ਇੱਕ ਤ੍ਰਿਗ ਦੀ 100 ਫਟਕਾਰ ਹੁੰਦੀ ਆ। ਇੱਕ ਤ੍ਰਿਗ ਕਹਿਣ ਦੇ ਨਾਲ 100 ਵਾਰੀ ਫਿੱਟੇ ਮੂੰਹ ਕਿਹਾ ਜਾਂਦਾ ਗਾ। 100 ਵਾਰੀ ਫਿੱਟੇ ਮੂੰਹ ਕਹਿਣ ਤੇ ਟਾਈਮ ਲੱਗੂ ਨਾ, ਤੇ ਜੇ 2 ਵਾਰੀ ਤ੍ਰਿਗ ਕਹਤਾ ਵੀ ਤੇਰਾ ਖਾਣ ਪੀਣ ਤ੍ਰਿਗ ਹੈ, ਫਟਕਾਰਯੋਗ ਹੈ, ਸੈਂਕੜੇ ਵਾਰ ਲਾਹਨਤ ਪਾਉਣਾ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ। ਤੇ ਹੁਣ ਕਿਹਾ ਕਿਹਨੂੰ ਆ? ਤੇ ਹੁਣ ਇੰਨਾ ਜ਼ਰੂਰ ਆਪਾਂ ਧਿਆਨ ਮਾਰਨਾ, ਜਿੰਨੇ ਵੀ ਆਪਾਂ ਗੁਰੂ ਦੇ ਪਿਆਰੇ ਬੈਠੇ ਆ, ਕਿਉਂਕਿ ਇਸ ਗੱਲ ਨੂੰ ਆਪਾਂ ਅੱਗੇ ਜਾ ਕੇ ਵੀ ਬੋਲਣਾ। ਅੱਡਿਆਂ ਤੇ ਸੱਥਾਂ 'ਚ ਜਿੱਥੇ ਵੀ ਭੈਣ ਭਾਈ ਮਿਲੇ ਵੀ ਬਾਣੀ 'ਚ ਆ ਲਿਖਿਆ ਤ੍ਰਿਗ ਤ੍ਰਿਗ ਖਾਇਆ। ਤੇ ਹੁਣ ਜਿਹੜੇ ਸ਼ਰਾਬਾਂ ਪੀਂਦੇ ਆ, ਤ੍ਰਿਗ ਤ੍ਰਿਗ, ਕਬਾਬਾਂ ਨਸ਼ੇ ਪੱਤੇ ਕਰਦੇ ਨੇ, ਤ੍ਰਿਗ ਤ੍ਰਿਗ ਫਟਕਾਰਾਂ, ਜੋ ਪਰਾਏ ਤਨਾਂ ਦੇ ਪਰਾਏ ਧਨਾਂ ਦੇ ਰਸਾਂ ਵਿੱਚ ਪੈ ਗਏ, ਤ੍ਰਿਗ ਤ੍ਰਿਗ ਫਟਕਾਰਾਂ ਪੈ ਰਹੀਆਂ ਨਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤੇਰੀ ਜ਼ਿੰਦਗੀ ਨੂੰ
ਖਾਣ ਦੇ ਸੰਬੰਧੀ ਜੇ ਤੂੰ ਬਤੀਤ ਕਰ ਰਿਹਾ ਨਾ ਤਾਂ 100 ਫਿਟਕਾਰ ਰੋਜ਼ ਆ ਮੇਰੇ ਵੱਲੋਂ। ਤੇ ਰੋਜ਼ ਆਪਾਂ ਲੈਣਾ ਕੀ ਸੀ? ਰੋਜ਼ ਆਪਾਂ ਪ੍ਰਾਪਤ ਕੀ ਕਰਨਾ ਸੀ? ਗੁਰਬਾਣੀ। ਰੋਜ਼ ਪ੍ਰਾਪਤ ਕੀ ਕਰਨਾ ਸੀ? ਗੁਰਬਾਣੀ ਦੀ ਵਿਚਾਰ। ਰੋਜ਼ ਪ੍ਰਾਪਤ ਕੀ ਕਰਨਾ ਸੀ? ਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਗੁਰੂ ਦੀ ਜ਼ੁਬਾਨ ਰਾਹੀਂ ਸੁਣਨੀ ਸੀ ਆਪਾਂ, ਆਪਣੇ ਕੰਨਾਂ ਰਾਹੀਂ ਹਿਰਦੇ 'ਚ ਲੰਘਾਉਣੀ ਸੀ। ਕੰਮ ਤਾਂ ਕਰਨਾ ਸੀ ਜੇ ਤਾਂ ਇਹ ਕੰਮ ਕਰਦੇ ਫਿਰ ਤਾਂ ਸ਼ਾਬਾਸ਼ ਦਿੰਦਾ ਗੁਰੂ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ ਸ਼ਾਬਾਸ਼ ਦਿੱਤੀ। ਉਹ ਮਾਂ ਧਨ ਹੈ ਜਿਹਨੇ ਚੰਗੇ ਜੀਵ ਨੂੰ ਜਨਮ ਦਿੱਤਾ। ਉਹ ਬਾਪ ਵੀ ਉਪਮਾ ਕਰਾਉਣ ਦੇ ਯੋਗ ਹੈ ਜਿਹਦੀ ਔਲਾਦ ਸਿਆਣੀ ਹੋਵੇ। ਤੇ ਜਿਨ੍ਹਾਂ ਦਾ ਜੀਵਨ ਖਾਣ ਪੀਣ 'ਚ ਹੀ ਬਸਰ ਹੋ ਰਿਹਾ ਨਾ, ਫਿਰ ਗੁਰੂ ਸਾਹਿਬ ਨੇ ਕਹੀ ਦਿੱਤਾ ਤ੍ਰਿਗ ਖਾਇਆ। ਤੇ ਚਲੋ ਖਾਣ ਪੀਣ ਤੇ ਬਹੁਤ ਆਪਾਂ ਨੂੰ ਮੇਰੇ ਖਿਆਲ ਮੁਤਾਬਕ ਵਿਸਥਾਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਬੰਦਾ ਕੀ ਗੰਦਮੰਦ ਖਾ ਰਿਹਾ ਹੈਗਾ। ਉਹਦੇ ਬਾਰੇ ਕੋਈ ਵੀ ਅਣਜਾਣ ਵਿਅਕਤੀ ਨਹੀਂ ਹੈ। ਗੰਦਮੰਦ ਕੌਣ ਕਿੰਨਾ ਖਾ ਰਿਹਾ, ਦੂਜਾ ਪੱਖ ਖਾਣ ਦਾ। ਕਈ ਵਾਰ ਨਾ ਮੇਰੇ ਵਰਗਾ ਬਾਬਾ ਹੁੰਦਾ, ਤਕਰੀਬਨ ਹਰ ਡੇਰੇ ਦੀ ਤੁਸੀਂ ਰਿਪੋਰਟ ਲੈ ਲਓ, ਹਰ ਡੇਰੇ ਦੀ, ਹਰ ਥਾਂ ਦੀ, ਭਾਵੇਂ ਉੱਥੇ ਨਸ਼ਾ ਚੱਲਦਾ ਤੇ ਭਾਵੇਂ ਉਹ ਨਸ਼ੇ ਦੇ ਖਿਲਾਫ ਨੇ, ਪਰ ਇੱਕ ਵਾਰੀ ਜਦੋਂ ਤੁਸੀਂ ਜੁੜੇ ਆ ਨਾ, ਆਪਾਂ ਜੁੜਾਂਗੇ ਤਾਂ ਇੱਕ ਵਾਰੀ ਉਹਨਾਂ ਨੇ ਕਹਿਣਾ ਕੋਈ ਨਸ਼ਾ ਨਹੀਂ ਕਰਨਾ, ਕੋਈ ਨਸ਼ਾ ਨਹੀਂ ਕਰਨਾ, ਕੋਈ, ਉਹ ਕਹਿਣਗੇ। ਪਰ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਪਰਖ ਨਹੀਂ ਕਰਨਗੇ ਵੀ ਨਸ਼ਾ ਕੀਤਾ ਜਾਂ ਨਹੀਂ ਕੀਤਾ, ਪਰ ਕਹਿਣਗੇ ਕਿ ਕੋਈ ਨਸ਼ਾ ਮਾਸ ਮਿੱਟੀ ਨਹੀਂ ਖਾਣਾ, ਗੱਲ ਖਤਮ ਆ। ਇਹ ਤਾਂ ਹਰ ਡੇਰੇਦਾਰ ਕਹਿ ਦਿੰਦਾ ਗਾ। ਪਰ ਦੂਸਰੀ ਗੱਲ, ਉਹ ਖੁਦ ਡੇਰਿਆਂ ਦੇ ਮਾਲਕ, ਚੂਹਾ ਖੱਡਣਾ ਮਾਵਈ ਤਿੱਕਲ ਬੰਨ੍ਹੈ ਸੱਜ, ਜਿਨ੍ਹਾਂ ਦੇ ਪੂਛ ਨਾਲ ਮਹੰਤੀਆਂ ਦਾ, ਸੰਤਿਆਂ ਦਾ, ਬ੍ਰਹਮ ਗਿਆਨੀਆਂ ਦਾ ਸੱਜ ਬੰਨਿਆ ਹੋਇਆ ਨਾ, ਉਹ ਗੁਰੂ ਸਾਹਿਬ ਜੀ ਕਹਿੰਦੇ ਫਟਕਾਰਯੋਗ ਲੋਕ ਨੇ, ਲਾਹਨਤਾਯੋਗ ਨੇ। ਉਹਨਾਂ ਨੇ ਠੀਕ ਆ ਦੁਨੀਆ ਦੇ ਵਿੱਚ ਵਿਚਰ ਕੇ ਕੁਛ ਨਹੀਂ ਖਾਧਾ, ਨਾ ਨਸ਼ਾ ਨਾ ਕੋਈ ਹੋਰ ਵਕਾਰ, ਦੁਨੀਆ ਦੇ ਤਲ ਤੇ ਕੁਛ ਨਹੀਂ ਖਾਧਾ, ਦੁਨਿਆਵੀ ਤਲ ਤੇ। ਕਿਸੇ ਦੇ ਘਰੋਂ ਸ਼ਾਇਦ ਫੋਕਾ ਪਾਣੀ ਵੀ ਨਹੀਂ ਪੀਂਦੇ। ਕੀ ਕਹਿੰਦੇ ਬਾਬੇ ਤਾਂ ਭਾਈ ਨਹੀਂ ਕਿਸੇ ਦਾ ਪਾਣੀ ਤੱਕ ਵੀ ਨਹੀਂ ਪੀਂਦੇ। ਇਹਨਾਂ ਨੂੰ ਇਸ ਗੱਲ ਤੇ ਵਿਚਾਰ ਆ, ਨਾ ਕਿਸੇ ਦਾ ਹੱਕ ਨਹੀਂ ਖਾਂਦੇ, ਪਾਣੀ ਵੀ ਨਹੀਂ ਪੀਂਦੇਗੇ। ਪਰ ਹੁਣ ਧਿਆਨ ਮਾਰਿਓ, ਤ੍ਰਿਗ ਖਾਇਆ। ਖਾਣਾ ਕੱਲਾ ਆ ਦੁਨਿਆਵੀ ਤਲ ਤੇ ਭੋਜਨ ਪਾਣੀ ਗੰਦਮੰਦ ਇਹ ਖਾਣ ਦੀ ਗੱਲ ਨਹੀਂ ਹੈ। ਭਾਵੇਂ ਚੰਗਾ ਖਾਣੇ ਤੇ ਭਾਵੇਂ ਵਧੀਆ ਖਾਣੇ, ਭਾਵੇਂ ਮਾੜਾ ਖਾਣੇ ਆ, ਪਰ ਜਿੱਥੇ ਖਾਣ ਦੀ ਗੱਲ ਆ ਨਾ, ਉੱਥੇ ਦਾ ਵੀ ਦੇਖਣਾ ਪਊਗਾ। ਗੁਰੂ ਸਾਹਿਬ ਨੇ ਉੱਥੇ ਰਿਸ਼ਵਤ ਖਾਣ ਨੂੰ ਵੀ ਮਨਾ ਹੀ ਕੀਤੀ ਆ। ਹੁਣ ਉਹ ਬਾਬੇ ਰੁਪਈਆਂ ਦੇ ਰੂਪ ਸਾਨੂੰ ਲੁੱਟ ਰਹੇ ਨੇ। ਉਹ ਕਹਿੰਦੇ ਅਸੀਂ ਪਾਣੀ ਦੀ ਘੁੱਟ ਵੀ ਨਹੀਂ ਪੀਂਦੇਗੇ, ਰੁਪਈਏ ਸਾਡੇ ਲੈ ਗਏ ਘਰ ਦੇ ਵਿੱਚੋਂ। ਇੱਕ ਤਾਂ ਚੰਗੇ ਥਾਂ ਤੇ ਕੋਈ ਕਾਰਜ ਹੋ ਜਾਵੇ, ਉੱਥੇ ਪੈਸਾ ਲੱਗ ਜਾਵੇ, ਆਪਾਂ ਸ਼ੁਕਰ ਕਰਦੇ ਹਾਂ ਦਾਤੇ ਦਾ ਵੀ ਸਾਡੇ ਤੋਂ ਤੂੰ ਚੰਗੇ ਥਾਂ ਤੇ ਕਾਰਜ ਤੇ ਪੈਸਾ ਲਵਾ ਲੈਣਾ, ਧੰਨਵਾਦ ਤੇਰਾ। ਤੇ ਇਹੀ ਪੈਸਾ ਕਿਤੇ ਬਾਹਰ ਨਾ ਚਲਾ ਜਾਵੇ, ਕਿਤੇ ਦੂਰ ਨਾ ਚਲਾ ਜਾਵੇ, ਕਿਤੇ ਬਾਵਰਕੀਆਂ ਦੁਕਾਨਾਂ ਤੇ ਨਾ ਵਗ ਜੇ। ਵਗ ਵੀ ਜਾਂਦਾ ਹੈਗਾ। ਪਰ ਇੱਕ ਉਹ ਵਿਅਕਤੀ ਜਿਹੜਾ ਕਹਿੰਦਾ ਮੈਂ ਕੁਛ ਨਹੀਂ ਖਾਂਦਾ, ਪਰ ਆਪਾਂ ਨੂੰ ਪਤਾ ਵੀ ਉਹ ਭਾਈ ਡੇਰੇਦਾਰੀ ਦੇ ਚੱਕਰ 'ਚ, ਮਹੰਤ ਜਾਂ ਸੰਤ ਗਿਰੀ ਦੇ ਚੱਕਰ 'ਚ ਲੋਕਾਂ ਦਾ ਅੰਦਰੂਨੀ ਲੈਵਲ ਤੇ ਖੂਨ ਪੀ ਰਿਹਾ ਗਾ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਨਰੈਣੂ ਮਹੰਤ ਦੀ ਔਲਾਦ ਕਹਿ ਸਕਦੇ ਹਾਂ। ਨਰੈਣੂ ਮਹੰਤ ਦੀ ਔਲਾਦ, ਨਰੈਣੂ ਮਹੰਤ ਦੀ ਔਲਾਦ ਕਿਉਂ? ਕਿਉਂਕਿ ਉਹ ਵੀ ਲੋਕਾਂ ਦਾ ਖੂਨ ਚੂਸਦਾ ਸੀ, ਲੋਕਾਂ ਦਾ ਖੂਨ, ਲੋਕਾਂ ਦੀ ਕਮਾਈ, ਲੋਕਾਂ ਦਾ ਧਨ, ਲੋਕਾਂ ਦਾ ਤਨ ਲੁੱਟਦਾ ਸੀ, ਬਰਬਾਦ ਕਰਦਾ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਕਹਿਤਾ, ਕੋਈ ਰੱਬ ਦਾ ਪਿਆਰਾ ਬਿਰਲਾ ਹੋਵੇਗਾ ਜਿਹੜਾ ਖਾਣ ਪੀਣ ਤੋਂ ਗੁਰੇਜ਼ ਕਰਦਾ। ਸਰੀਰ ਨੂੰ ਭੋਜਨ ਦੀ ਲੋੜ ਆ, ਜੋ ਤੁਹਾਨੂੰ ਚੰਗਾ ਲੱਗਦਾ ਗੁਰੂ ਨੂੰ ਪੁੱਛ ਕੇ ਸਰੀਰ ਨੂੰ ਭੋਜਨ ਦਿਓ, ਉਹ ਤੋਂ ਗੁਰੂ ਸਾਹਿਬ ਮਨਾਹੀ ਨਹੀਂ ਕਰਦੇ, ਪਰ ਗੰਦਮੰਦ ਖਾਣ ਤੋਂ ਰੋਕਦੇ ਆ। ਤੇ ਦੂਜੀ ਗੱਲ ਕੀ ਕਹੀ ਸੀ? ਤਾਂ ਰਿਸ਼ਵਤ ਲੈ ਕੇ ਆਪਣੇ ਡੇਰਿਆਂ ਦੀਆਂ ਕੰਧਾਂ ਉੱਚੀਆਂ ਕਰਕੇ ਆਪਣੇ ਆਪ ਨੂੰ ਸੰਤ ਮਹੰਤ ਕਹਾਉਂਦਿਆਂ ਹੋਇਆਂ ਕਿਸੇ ਦਾ ਖੂਨ ਨਹੀਂ ਚੂਸਣਾ ਪਉਂਦਾ। ਪਰ ਡੇਰੇਦਾਰੀ ਦਾ ਮੋਹ ਹੀ ਇਹੋ ਜਿਹਾ, ਡੇਰੇਦਾਰੀ ਦਾ ਕਹਿ ਲਓ, ਮਹੰਤੀ ਦਾ ਕਹਿ ਲਓ, ਇਹ ਮੋਹ ਹੀ ਇਹੋ ਜਿਹਾ ਗਾ। ਜਿਵੇਂ ਕਿ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਕਿਰਪਾਲ ਦਾਸ ਸਾਧ ਰਹਿੰਦਾ ਵਾ।
ਭੱਜ ਗਏ ਸੀ ਸਾਧ, ਇਹ ਬਚ ਗਿਆ ਸੀ ਇਕੱਲੇ। ਹੁਣ ਜਿਹੜਾ ਇਹ ਸਾਧ ਆ ਨਾ, ਕਦੇ ਵਕਤ ਆਇਆ ਵੀ ਇਹ ਜੰਗੇ ਮੈਦਾਨ ਦੇ ਵਿੱਚ, ਜੰਗ ਦੇ ਵਿੱਚ, ਭੰਗਾਣੀ ਦੇ ਯੁੱਧ ਵਿੱਚ ਇਹਨੇ ਦੁਸ਼ਮਣਾਂ ਦੇ ਨਾਲ ਮੁਕਾਬਲਾ ਕੀਤਾ, ਮਤਲਬ ਆਪਸ ਵਿੱਚ ਦੁਸ਼ਮਣਾਂ ਦੇ ਨਾਲ ਟਕਰਾਏ ਨੇ। ਇਹਦੇ ਕੋਲੇ ਹੱਥ ਵਿੱਚ ਕੀ ਸੀ? ਹਥਿਆਰ, ਕੇਵਲ ਡੰਡਾ। ਹਥਿਆਰ ਕਿਹੜਾ ਸੀ? ਕੇਵਲ ਡੰਡਾ, ਜਿਹਨੂੰ ਇਤਿਹਾਸ ਨੇ ਕੁੱਤਕਾ ਲਿਖਿਆ। ਚਲੋ, ਕੋਈ ਰਫਲ ਸੀ ਨਾ, ਕੋਈ ਪਿਸਟਲ ਸੀ ਨਾ, ਕੋਈ ਹੋਰ ਤਿੱਖਾ ਔਜ਼ਾਰ ਸੀ ਨਾ, ਪਰ ਸਿਆਣਿਆਂ ਦੇ ਬੋਲ ਨੇ, ਬੰਦਾ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਡਾਂਗ ਦਾ ਮਾਹਰ ਹੋਵੇ ਤੇ ਕਹਿੰਦੇ ਕਹਾਉਂਦਿਆਂ ਦੀਆਂ ਬੰਦੂਕਾਂ ਥੱਲੇ ਸੁਟਾ ਲੈਂਦਾ ਗਾ। ਇਹ ਸਾਡਾ ਸਿੱਖਾਂ ਦਾ ਇਤਿਹਾਸ ਆ। ਕਹਿੰਦੇ ਕਹਾਉਂਦਿਆਂ ਦੀਆਂ ਤੋਪਾਂ ਦੇ ਮੂੰਹ ਮੋੜ ਦਿੰਦੇ ਨੇ, ਤੋਪਾਂ ਦੇ ਮੂੰਹ। ਆ ਪਿਸਟਲ, ਪਿਸਤੌਲ ਜਾਂ ਮਤਲਬ ਕਿ ਰਫਲਾਂ, ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ। ਤੇ ਪਿੱਛੇ ਜੇ ਤੁਸੀਂ ਸਾਰਾ ਦੇਖੀ ਆ। ਹੁਣ ਜਿਹੜਾ ਉਹ ਵਿਅਕਤੀ ਆ ਨਾ, ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਖੁਸ਼ੀ ਖੱਟ ਗਿਆ। ਮੋਟਾ ਡਾਢਾ ਸੀ। ਜਦੋਂ ਦੁਸ਼ਮਣ ਦੇ ਨਾਲ ਮੁਕਾਬਲਾ ਹੋ ਰਿਹਾ ਗਾ ਤੇ ਉਧਰੋਂ ਫੌਜ ਦਾ ਕਮਾਂਡਰ ਆਇਆ ਭੱਜ ਕੇ, ਵੀ ਚਲਾ ਮੋਟੇ ਜਿਹੇ ਨੂੰ ਤਾਂ ਪਹਿਲਾਂ ਸੰਭ ਗਏ। ਕਹਿੰਦਾ ਤੈਨੂੰ ਪਤਾ ਤੂੰ ਕਿੱਥੇ ਖੜਾਂਗਾ? ਉਹ ਕਹਿੰਦਾ ਹਾਂ ਕਿੱਥੇ ਖੜਾ? ਕਹਿੰਦਾ ਮੈਦਾਨ ਹੈ ਜੰਗ ਦੇ ਵਿੱਚ। ਤੈਨੂੰ ਪਤਾ ਇੱਥੇ ਕੀ ਹੋਣਾ? ਕਹਿੰਦਾ ਹਾਂ ਕੀ ਹੋਣਾ? ਜੰਗ ਹੋਣੀ ਆ। ਫਿਰ ਤੂੰ ਪੰਗਾ ਕਿਉਂ ਲੈਣਾ? ਫੌਜ ਦਾ ਕਮਾਂਡਰ ਕਹਿੰਦਾ ਤੂੰ ਪੰਗਾ ਕਿਉਂ ਲੈਣਾ? ਤੂੰ ਮੁੜ ਜਾ ਵਾਪਸ। ਤੇਰੇ ਨਾਲ ਦੇ ਰਾਤ ਸਾਧੜੇ ਭੱਜ ਗਏ, ਤੇਰਾ ਗੱਡਾ ਖੜਾ, ਤੂੰ ਵੀ ਭੱਜ ਜਾ। ਕੀ ਕਹਿੰਦਾ ਹੁਣ ਇਹ? ਕਹਿੰਦਾ ਨਾ, ਭੱਜਦਾ ਨਹੀਂ ਨਾ। ਹੁਣ ਮੂਹਰੋਂ ਨਾ ਫੌਜ ਦਾ ਕਮਾਂਡਰ ਮੁਗਲ ਹਕੂਮਤ ਦਾ ਬੋਲਦਾ, ਭੱਜਦਾ ਨਹੀਂ? ਕਹਿੰਦਾ ਨਾ। ਕਿਉਂ ਨਹੀਂ ਭੱਜਦਾ? ਕਹਿੰਦਾ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣੀ ਚਾਹੁੰਦਾ। ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣੀ ਚਾਹੁੰਦਾ। ਜਦੋਂ ਕਹਿੰਦਾ ਜੂਝ ਕੇ ਸ਼ਹੀਦੀ ਪਾਉਣੀ ਚਾਹੁੰਦਾ, ਤੇ ਉਦੋਂ ਮੁਗਲ ਹਕੂਮਤ ਦੇ ਸਿਪਾਹੀ ਕਮਾਂਡਰ ਸਮੇਤ ਹੱਸੇ। ਕਹਿੰਦੇ ਤੂੰ? ਉਹ ਕਹਿੰਦਾ ਹਾਂ। ਫਿਰ ਕਹਿੰਦੇ ਤੂੰ? ਕਹਿੰਦਾ ਹਾਂ, ਮੈਂ ਮੈਦਾਨੇ ਜੰਗ ਵਿੱਚ ਜੂਝੂੰਗਾ, ਤੁਹਾਡੇ ਨਾਲ ਮੁਕਾਬਲਾ ਕਰੂੰਗਾ। ਕਹਿੰਦੇ ਕਿਉਂ ਮਰਦਾ? ਜਾਨ ਬਚਾ ਕੇ ਭੱਜ ਜਾ। ਤੈਨੂੰ ਪਤਾ ਨਾ ਜਿੰਨੇ ਆ ਸਾਹਮਣੇ ਖੜੇ ਨੇ ਸਾਰੇ ਹਥਿਆਰਾਂ ਦੇ ਮਾਹਰ ਨੇ ਚਲਾਉਣ ਦੇ, ਇਹ ਕਿਰਪਾਨਾਂ ਚਲਾਉਣ ਦੇ ਮਾਹਰ ਨੇ, ਵਰਸ਼ੇ ਨੇਜੇ ਚਲਾਉਣ ਦੇ ਮਾਹਰ ਨੇ। ਤੇ ਤੈਨੂੰ ਕਿ ਲਈ ਬੈਠੇ ਨੇ? ਤੂੰ ਐਡਾ ਵੱਡਾ ਮੋਟਾ ਡਾਢਾ। ਤੇ ਅੱਗੇ ਮਹੰਤ ਕਿਰਪਾਲ ਦਾਸ ਦੇ ਮੁੱਖੋਂ ਦਿਲ ਦੇ ਵਿੱਚੋਂ ਆਵਾਜ਼ ਆਈ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਜਾਨ ਤੋਂ ਪਿਆਰਾ, ਮੈਨੂੰ ਜਾਨ ਤੋਂ ਪਿਆਰਾ ਗਾ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਆਰਾ ਸਾਨੂੰ ਪਤਾ, ਜੰਗੇ ਮੈਦਾਨ ਦੇ ਵਿੱਚ ਨਾ ਸਰੀਰ ਨਹੀਂ ਲੜਦੇ, ਹੌਸਲੇ ਲੜਦੇ ਨੇ। ਤੇ ਅੱਜ ਕਿਸੇ ਵੀ ਕੰਮ 'ਚ ਹੌਸਲਾ ਛੱਡ ਜਾਓ, ਕੰਮ ਖੜ ਜਾਊਗਾ। ਹੌਸਲਾ ਰੱਖੋ, ਕੰਮ ਹੋਊਗਾ। ਜਦੋਂ ਇਹ ਗੱਲ ਕਹੀ ਨਾ, ਫੌਜ ਦੇ ਕਮਾਂਡਰ ਨੇ ਆਪਣੇ ਵੱਲੋਂ ਮਹੰਤ ਕਿਰਪਾਲ ਦਾਸ ਨੂੰ ਮਾਰਨ ਦਾ ਯਤਨ ਕੀਤਾ, ਤੇ ਇਹਨੇ ਇੱਕੋ ਹੀ ਵਾਰ ਕੀਤਾ, ਐਸਾ ਡੰਡਾ ਮਾਰਿਆ ਤੇ ਉਹ ਕਮਾਂਡਰ ਦਾ ਸਿਰ ਫੇਹਿਆ ਗਿਆ। ਵਿੱਚੋਂ ਮੱਝ ਰੱਤ ਇਉਂ ਨਿਕਲਦੀ ਆ, ਕਵੀ ਜੀ ਕਹਿੰਦੇ ਨੇ ਜਿਵੇਂ ਮੱਖਣੀ ਦੀ ਮਟਕੀ ਫੁੱਟ ਜਾਵੇ, ਮੱਖਣੀ ਦਾ ਭਰਿਆ ਹੋਇਆ ਘੜਾ ਫੁੱਟ ਜਾਵੇ ਤੇ ਵਿੱਚੋਂ ਮੱਖਣੀ ਨਿਕਲਦੀ ਹੈ ਨਾ, ਇਦਾਂ ਦਿਮਾਗ ਦੇ ਵਿੱਚੋਂ, ਸਿਰ ਦੇ ਵਿੱਚੋਂ ਮੱਝ ਰੱਤ ਨਿਕਲਦੀ ਹੈ। ਇੱਥੇ ਗੁਰੂ ਸਾਹਿਬ ਜੀ ਦੀ ਨਿਗਾਹ ਵਿੱਚ ਇਹ ਸਾਧ ਕਿਰਪਾਲ ਦਾਸ 100% ਨੰਬਰ ਲੈ ਗਿਆ, ਘੱਟ ਨਹੀਂ ਹੈ, ਪੋਜੀਸ਼ਨ ਪਾ ਗਿਆ ਇੱਥੇ। ਇਹਦਾ ਨਾਮ ਮੈਰਿਟ 'ਚ ਆ ਗਿਆ ਇੱਥੇ। ਹੁਣ ਆਓ ਅੱਗੇ, ਧ੍ਰਿਗ ਖਾਇਆ। ਹੁਣ ਜਿਹੜੀ ਧ੍ਰਿਗ ਖਾਇਆ ਸੀ, ਆਪਾਂ ਗੱਲ ਕੀਤੀ ਵੀ ਡੇਰੇਦਾਰਾਂ ਨੂੰ ਪੁੱਛਿਆ ਵੀ ਤੁਸੀਂ ਤਾਂ ਨਹੀਂ ਖਾਂਦੇ? ਉਹ ਕਹਿੰਦੇ ਨਾ, ਅਸੀਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਪੀਂਦੇ, ਪਰ ਰੁਪਈਏ ਜਿੰਨੇ ਮਰਜ਼ੀ ਦੇ ਦਿਓ। ਉਹ ਕਾਹਦਾ ਚੱਕਰ ਪੈ ਗਿਆ? ਦਿਮਾਗ ਤੇ ਪ੍ਰਭਾਵ ਕਾਹਦਾ ਪਿਆ ਗਾ? ਮਹੰਤੀ ਦਾ। ਕਿਤੇ ਮੇਰੀ ਮਹੰਤੀ ਨਾ ਖੁੱਸ ਜੇ, ਕਿਤੇ ਮੇਰੇ ਸੰਤ ਬਣਾ ਨਾ ਖੁੱਸ ਜੇ, ਪ੍ਰਭਾਵ ਦਿਮਾਗ ਤੇ ਇਸ ਚੀਜ਼ ਦਾ ਪੈ ਗਿਆ। ਹੁਣ ਹੁੰਦਾ ਕੀ ਆ? ਇੱਕ ਦਿਨ ਉਹ ਆਇਆ, ਮੈਂ ਵਿੱਚੋਂ ਸੰਖੇਪ, ਹੁਣ ਆਪਾਂ ਪੌਂਟਾ ਸਾਹਿਬ ਦੇ ਏਰੀਏ 'ਚ ਨਾ, ਲੁਧਿਆਣੇ ਏਰੀਏ 'ਚ ਆ ਜਾਓ। ਇੱਥੇ ਪਿੰਡ ਹੈ ਇੱਕ ਹੇਹਰ, ਇਹ ਰਾਏਕੋਟ ਦੇ ਅੱਗੇ ਬੰਨੀ ਆ।
ਤੇ ਲੁਧਿਆਣੇ ਦੇ ਵਿਚਕਾਰ ਜ਼ਿਲ੍ਹਾ ਲੁਧਿਆਣਾ ਚ ਕੱਲ ਆਲਮਗੀਰ ਦੇ ਆਸੇ ਪਾਸੇ ਜਦੋਂ ਹੇਹਰ ਪਿੰਡ ਦੇ ਵਿੱਚ ਆ ਗਿਆ ਨਾ ਤੇ ਇਹਦੀ ਥੋੜੀ ਜਿਹੀ ਸੋਭਾ ਹੋ ਗਈ ਲੋਕਾਂ 'ਚ ਵੀ ਚੰਗਾ ਬੜਾ ਯਾਰ ਬੰਦਾ ਹੈ, ਤਾਂ ਗੁਰੂ ਸਾਹਿਬ ਦੇ ਲਈ ਦੇਖੋ ਮੈਦਾਨੇ ਜੰਗ ਵਿੱਚ ਜੂਝ ਗਿਆ ਤੇ ਅੱਜ ਵੀ ਕੋਈ ਚੰਗਾ ਕੰਮ ਕਰੇ ਸੋਭਾ ਹੋਣੀ ਸੁਭਾਵਿਕ ਆ, ਲੋਕ ਵਡਿਆਈ ਦਿੰਦੇ ਆ ਵੀ ਸ਼ਾਬਾਸ਼ੇ ਭਾਈ ਤੂੰ ਚੰਗਾ ਬੰਦਾ। ਪਰ ਕਾਰਨ ਕੀ ਹੈ, ਜਦੋਂ ਸ਼ਾਬਾਸ਼ੇ ਚੰਗਿਆਈ ਨੂੰ ਮਿਲਦੀ ਹੈ ਨਾ ਤੇ ਉਦੋਂ ਬੰਦਾ ਹੰਕਾਰੀ ਹੋ ਜਾਂਦਾ, ਕੁਦਰਤੀ ਗੱਲ ਆ। ਜਾਂ ਤਾਂ ਉਦੋਂ ਐਂ ਮੰਨ ਲਏ ਵੀ ਜੇ ਤਾਂ ਮੈਨੂੰ ਸ਼ਾਬਾਸ਼ੇ ਮਿਲੀ ਆ ਤਾਂ ਵੀ ਗੁਰੂ ਦੀ ਕਿਰਪਾ, ਜੇ ਮੇਰੇ 'ਚ ਕੋਈ ਕਮੀ ਆ ਤਾਂ ਵੀ ਉਹਦੀ ਕਿਰਪਾ। ਬਸ ਜਿਵੇਂ ਚੰਗਾ ਲੱਗਦਾ ਸਭ ਕੁਛ ਉਵੇਂ ਉਹੀ ਕਰਵਾ ਰਿਹਾ ਹੈਗਾ। ਪਰ ਇੱਥੇ ਜਦੋਂ ਥੋੜਾ ਚੰਗਾ ਕੰਮ ਕੀਤਾ ਪ੍ਰਭਤਾ ਵੱਧ ਗਈ, ਵਡਿਆਈ ਵੱਧ ਗਈ, ਲੋਕਾਂ ਨੇ ਸ਼ਾਬਾਸ਼ੇ ਦਿੱਤੀ, ਫੂਕ ਸਕਾਤੀ ਤੇ ਪਹੁੰਚ ਕਿੱਥੇ ਗਿਆ, ਇੱਕ ਡੇਰੇ ਦਾ ਮਾਲਕ ਬਣਾਤਾ, ਇੱਕ ਡੇਰੇ ਦਾ ਮਾਲਕ ਬਣਾਤਾ। ਮਾਲਕ ਮੀਂਜ ਮਹੰਤ ਬਣਾਤਾ ਵੀ ਤੈਨੂੰ ਹੀ ਸਾਰਾ ਕੁਝ ਸੌਂਪਿਆ, ਚੰਗਾ ਕਰ ਮਾੜਾ ਕਰ, ਅਸੀਂ ਤੇਰੇ ਕੀਤੇ 'ਚ ਦਖਲ ਨਹੀਂ ਦੇਵਾਂਗੇ। ਹੁਣ ਡੇਰਾ ਬਣ ਗਿਆ, ਪ੍ਰਭਤਾ ਹੋਰ ਵੱਧ ਗਈ, ਲੋਕ ਹੋਰ ਆਉਣ ਲੱਗ ਗਏ ਨਾ। ਹੁਣ ਸਵਾਦ ਕਾਹਦਾ ਪੈ ਗਿਆ, ਲੋਕਾਂ ਨੂੰ ਲੁੱਟਣ ਦਾ। ਸਵਾਦ ਕਾਹਦਾ ਪੈ ਗਿਆ, ਲੋਕਾਂ ਦੇ ਘਰਾਂ ਦੇ ਵਿੱਚੋਂ ਅੰਨ ਪਾਣੀ ਖਾਣ ਦਾ, ਵਿਹਲੜ ਨੂੰ। ਸਵਾਦ ਕਾਹਦਾ ਪੈ ਗਿਆ, ਸਵਾਦ ਪੈ ਗਿਆ ਆਪਣੇ ਕੰਨਾਂ ਦੇ ਨਾਲ ਆਪਣੀ ਪ੍ਰਭਤਾ ਸੁਣਨ ਦਾ ਸਵਾਦ ਪੈ ਗਿਆ ਵੀ ਤੁਸੀਂ ਮੈਨੂੰ ਚੰਗਾ ਕਹੋ, ਮੈਂ ਸੁਣਾਂਗਾ ਤੇ ਸੁਣਨ ਤੋਂ ਬਾਅਦ ਮੈਂ ਖੁਸ਼ੀ ਮਨਾਵਾਂਗਾ ਵੀ ਹੈ ਮੇਰੇ ਵਰਗਾ ਕੋਈ ਹੈ ਹੀ ਨਹੀਂਗਾ। ਆਹ ਚੱਕਰ ਪੈ ਗਿਆ। ਇਹ ਮਹੰਤੀ ਦੇ ਚੱਕਰ 'ਚ ਫਸ ਗਿਆ, ਮਹੰਤੀ ਦੇ ਚੱਕਰ 'ਚ, ਸੌਖੀ ਭਾਸ਼ਾ 'ਚ ਕਹਿ ਲਓ ਵੀ ਪ੍ਰਧਾਨਗੀ ਦੇ ਚੱਕਰ 'ਚ ਫਸ ਗਿਆ। ਇਹ ਰੋਗ ਬੜਾ ਭੈੜਾ ਗਾ, ਬਹੁਤ ਖਤਰਨਾਕ ਰੋਗ ਆ, ਹਨਾ। ਚਲੋ ਗੁਰੂ ਕਿਰਪਾ ਕਰੇ, ਚੰਗਾ ਇਨਸਾਨ ਹਰ ਕੋਈ ਕਿਤੇ ਵੀ ਕਿਸੇ ਅਦਾਰੇ ਦੇ ਵਿੱਚ ਆ ਮੂਹਰੇ ਆਵੇ ਤਾਂ ਮਨੁੱਖਤਾ ਦੀ ਜ਼ਿੰਦਗੀ ਸਫਲ ਹੋ ਜਾਂਦੀ ਆ। ਚੰਗੇ ਲੀਡਰ ਸਾਡੇ ਸਮਾਜ ਵਿੱਚ ਆਉਣ ਨਾ, ਚੰਗੇ ਲੀਡਰ ਤਾਂ ਸਮਾਜ ਸੁਧਰ ਸਕਦਾ। ਪਰ ਕਾਰਨ ਇਹ ਆ ਵੀ ਚੰਗਾ ਹੋਣ ਵਾਲਾ ਵਿਅਕਤੀ ਜਦੋਂ ਮੂਹਰੇ ਆ ਜਾਂਦਾ ਉਦੋਂ ਬਾਅਦ ਵਿਗੜ ਜਾਂਦਾ, ਉਦੋਂ ਬਾਅਦ ਵਿਗੜ ਜਾਂਦਾ। ਹੁਣ ਮਹੰਤ ਕਿਰਪਾਲ ਦਾਸ ਨੂੰ ਮਹੰਤੀ ਮਿਲ ਗਈ, ਉਦੋਂ ਤਾਂ ਚੰਗਾ ਸੀ ਨਾ, ਹੁਣ ਵਿਗੜ ਗਿਆ। ਹੁਣ ਅੱਜ 10ਵੇਂ ਪਾਤਸ਼ਾਹ ਡੇਰੇ 'ਚ ਆ ਗਏ। ਹੇਹਰ ਪਿੰਡ ਵਿੱਚ ਨਾ ਮਾਛੀਵਾੜੇ ਹੁੰਦੇ ਹੋਏ ਗੁਰੂ ਸਾਹਿਬ ਹੇਹਰ ਪਿੰਡ ਵਿੱਚ ਪਹੁੰਚ ਗਏ ਤੇ ਆ ਕੇ ਬੇਨਤੀ ਕੀ ਕੀਤੀ, ਗੁਰੂ ਸਾਹਿਬ ਨੇ ਬੇਨਤੀ ਕੀਤੀ ਆ। ਕੀ ਕਹਿੰਦੇ ਨੇ, ਕਹਿੰਦੇ ਮਹੰਤ ਕਿਰਪਾਲ ਦਾਸ ਜੀ ਅਸੀਂ ਕੁਝ ਦਿਨ ਠਹਿਰਾਂਗੇ, ਇੱਥੇ ਰੁਕਾਂਗੇ, ਥਕਾਵਟ ਹੋਈ ਪਈ ਆ ਸਰੀਰ ਨੂੰ ਤੇ ਪਿੱਛੇ ਫੌਜੀਆਂ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਨੇ। ਬਹੁਤ ਚੰਗੀ ਗੱਲ ਆ, ਰੱਬ ਦਾ ਸ਼ੁਕਰ ਆ, ਧੰਨਵਾਦ ਆ, ਤੁਹਾਡੇ ਨਾਲ ਸਾਡਾ ਮਿਲਾਪ ਹੋ ਗਿਆ। ਅਸੀਂ ਤਾਂ ਆਪਦੇ ਮਿੱਤਰ ਦੇ ਆਪਣੇ ਪੁੱਤਰ ਦੇ ਘਰ ਡੇਰੇ ਵਿੱਚ ਪਹੁੰਚ ਗਏ। ਹੁਣ ਤਾਂ ਸਾਨੂੰ ਕਿਸੇ ਵੀ ਗੁਰਸਿੱਖ ਨੂੰ ਖਤਰਾ ਹੀ ਕੋਈ ਨਹੀਂਗਾ ਤੇ ਅੱਗੇ ਅਸੀਂ ਥੋੜੇ ਟਾਈਮ ਬਾਅਦ ਚਾਲੇ ਪਾ ਦਾਂਗੇ, ਬਹੁਤਾ ਟਾਈਮ ਨਹੀਂ ਇੱਥੇ ਰੁਕਣਾ ਤੇ ਰੁਕਾਂਗੇ। ਜਦੋਂ ਆਹ ਗੱਲ ਕਹੀ ਨਾ, ਹੁਣ ਇੱਥੇ ਮਹੰਤੀ ਦਾ ਦਿਮਾਗ ਤੇ ਚੱਕਰ ਪੈ ਗਿਆ। ਇੱਥੇ ਦਿਮਾਗ ਤੇ ਚੱਕਰ ਪੈ ਗਿਆ ਕਾਹਦਾ, ਡੇਰੇਵਾਦੀ ਸੋਚ ਦਾ ਦਬਾਅ ਪੈ ਗਿਆ। ਤੇ ਉਹ ਦਬਾਅ ਡੇਰੇਵਾਦੀ ਸੋਚ ਨੇ ਜਵਾਬ ਕੀ ਦਿੱਤਾਗਾ, ਕਹਿੰਦਾ ਤੂੰ ਤਾਂ ਫਸੇ ਹੀ ਆ। ਦੇਖੋ ਉਹੀ ਮਹੰਤਾ ਜਿਹੜਾ ਮੈਦਾਨੇ ਜੰਗ ਭਗਾਣੀ ਦੇ ਜੰਗ ਵਿੱਚ ਗੁਰੂ ਤੋਂ ਸ਼ਾਬਾਸ਼ੇ ਲੈ ਕੇ ਆਇਆਗਾ, ਤੂੰ ਤਾਂ ਫਸੇ ਹੀ ਆ। ਤੇ ਹੁਣ ਕੀ ਕਹਿੰਦਾ, ਤੂੰ ਤਾਂ ਫਸੇ ਹੀ ਆ ਨਾ, ਤੇ ਤੇਰੇ ਕਰਕੇ ਮੈਂ ਕਿਉਂ ਫਸਾਂ, ਕਿਰਪਾ ਕਰ, ਮੈਂ ਤਾਂ ਡੇਰਾ ਮਸਾਂ ਹੀ ਬਣਾਇਆ, ਲੋਕ ਮੇਰੀ ਸੋਭਾ ਹੁਣੀ ਕਰਨ ਲੱਗੇ ਨੇ, ਪਹਿਲਾਂ ਤਾਂ ਮੈਨੂੰ ਬੁੱਝੜੀ ਸਮਝਦੇ ਸੀ, ਹੁਣ ਜਦੋਂ ਸੋਭਾ ਕਰਨ ਲੱਗੇ, ਹੁਣ ਤੂੰ ਮੇਰੇ ਘਰ ਵਿੱਚ ਡੇਰੇ ਵਿੱਚ ਆ ਕੇ ਟਿਕ ਗਿਆ, ਫੌਜੀ ਮੈਨੂੰ ਤੰਗ ਕਰੀ ਜਾਣਗੇ, ਸਿਪਾਹੀ ਮੈਨੂੰ ਤੰਗ ਕਰੀ ਜਾਣਗੇ। ਨਹੀਂ ਸੱਚੇ ਪਾਤਸ਼ਾਹ, ਮੈਂ ਆਪਣੇ ਇਸ ਡੇਰੇ 'ਚ ਨਾ ਤੈਨੂੰ ਥਾਂ ਨਹੀਂ ਦੇ ਸਕਦਾ। ਦੇਖੋ ਅੱਜ ਆਹ ਗੱਲ ਕਹਿਤੀ, ਇਹ ਕਦੋਂ ਕਹੀ ਆ, ਇਹ ਛੋਟੀ ਜੀ ਪੁਆਇੰਟ ਆ ਨਾ, ਛੋਟਾ ਜਿਹਾ ਟੁਕੜਾ ਗਾ, ਇਹਨੂੰ ਆਪਾਂ ਚੱਕ ਕੇ ਆਪਣੇ ਹਿਰਦੇ 'ਚ ਵਸਾ ਲਿਓ। ਛੋਟਾ ਜਿਹਾ ਟੁਕੜਾ ਭਗਾਣੀ ਦੇ ਜੰਗ ਦਾ ਹਿਰਦੇ 'ਚ ਵਸਾ ਲਿਓ। ਉੱਥੇ ਕੀ ਅਵਸਥਾ ਤੇ ਇੱਥੇ ਕੀ ਅਵਸਥਾ, ਉੱਥੇ ਕੀ ਆ ਇੱਥੇ ਕੀ ਆ। ਜਦੋਂ ਗੁਰੂ ਨੂੰ ਕਿਹਾ ਨਾ ਤੇਰੇ ਕਰਕੇ ਕਿਤੇ ਮੈਂ ਨਾ ਮਰ ਜਾ, ਗੁਰੂ ਸਾਹਿਬ ਕਹਿੰਦੇ ਟਿਕਦਾ ਬਹੁਤਾ ਚਿਰ ਨਹੀਂ ਫਤੂ। ਜੇ ਤੇਰੀ ਭਾਵਨਾ ਨਾ, ਭਾਵਨਾ ਨੂੰ ਤਾਂ ਫਲ ਲੱਗੂਗਾ ਹੀ, ਜਿਹੋ ਜੀ ਭਾਵਨਾ ਕੋਈ ਗੱਲ ਨਹੀਂ, ਤਾਂ ਕੀ ਆ। ਚਲੋ ਗੁਰੂ ਸਾਹਿਬ ਜੀ ਚੁੱਪ ਕਰਕੇ ਉੱਥੋਂ ਅੱਗੇ ਚੱਲ ਪਏ ਤੇ ਮਹੰਤ ਆਪਾਂ ਨੂੰ ਪਤਾ ਬਾਅਦ ਵਿੱਚ ਖਤਮ ਹੋ ਗਿਆ ਸੀ। ਤੇ ਅੱਜ ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਉਹਦੀ ਸੋਭਾ, ਕੋਈ ਬਹੁਤੀ ਸੋਭਾ ਨਹੀਂ ਹੈ। ਆਹ ਲਫ਼ਜ਼ਾਂ ਨੇ ਇਹਨੂੰ ਸਦਾ ਲਈ ਬਦਨਾਮ ਕਰਵਾਤਾ। ਪਰ ਚੱਕਰ ਕੀ ਸੀ, ਖਾਣ ਦਾ ਚੱਕਰ ਪੈ ਗਿਆ। ਚੱਕਰ ਕੀ ਸੀ,
अपनी प्रभुता सुन का चक्कर पै गया, महानती की गद्दी मिल गई, लोगों तो लत्तां गोडे घटाउण लग गया। आ चक्कर च फस के गुरु नालों टुट गया। ते यही चक्कर साडा गा, धरिग धरिग खाया। ते अगला पॉइंट की सीगा, धरिग धरिग सोया। सो गुरु साहब कृपा करन, जिन्ने क आपां बैठे आ, होर भी अगे जाके गल दसनी है। मैं सौखी जी गल कह देवां, ज्यादा सौना माड़ा। जिवें आपां अपनी भाषा च गल करदे, मान लो भी आपां एक घर दे विच बैठे, अपने घरे बैठे आ, ज्यादा सौना माड़ा भाई। बाणी च तां थां थां लिखिआ, थां थां सौना माड़ा नहीं, शरीर नूं रैस्ट कराउणी आ। ज्यादा सौना माड़ा, बस ਉਹਦੇ बारे तुसीं सारा जानते हो। बाबा होर सौना खुशी खुआर जित सुतै, तन पीड़िया मन में चलै वकार। अमृत वेले उठण दी आदत पा, अमृत वेले जागण दी आदत पा। शाम नूं सोच होवे भी तड़के सदेहा तो सदेहा उठना, बस 1 वजे तो बाद मेरा टाइम ही है, जो भी जाग आ गई मैं उठी खड़ना 1 वजे तो बाद। भावना बना, कोई गल नहीं, 5-6 घंटे सौना बहुत आ। ते जे उठो ना 9 वजे तक लेटे रहो तो तामी मोटे नहीं होवांगे, कोई खुशी नहीं मिल सकती। ते जे आपां गुरु दे अखे ला के अमृत वेला संभाल लिया, शायद फिर आपां नूं खुशी बहुत मिल जूगी। चलो जिहड़ी इत्थे गल कही है, धरिग धरिग सोया। रब नालों टुट के सौना भी फटकारयोग है, रब नालों टुट के गुरु नालों टुट के खाना भी फटकारयोग है। ते नंबर 3, धरिग धरिग कापड़ अंग चढ़ाया। धरिग धरिग ते धरिग दा अर्थ की आ, फटकार। किन्ने वारी? 100 वारी। एक वारी धरिग कहण दे नाल 100 फिटे मूँह मिलदी है। जिवें आपां कह दईए फिटे मूँह फिटे मूँह फिटे मूँह, 3 वारी कहा ना, 100 वारी कहंदे टाइम लग जू आपां नूं, पर गुरु ने 100 वारी फटकार देती इक्के बार च। धरिग कह के 2 वारी कह के 200 वारी फटकार मिल गई। ज्यादा खाना गुरु साहब ने फटकारां दे दित्तियां, मुफ्त दा खाना गुरु साहब ने फटकारां दे दित्तियां। पर एक गल मैं नाल थोड़ी जी होर कहूँ, अज साडे लोकां दा सुभाग आ, ये लोक ना लोकां दे हत्थां कनी झाकदे रहिंदे भी कदों कित्थों खाण नूं फ्री मिले सानूं। पर इन्ना जरूर ध्यान रखियो, लोड़ पैण ते किसी दे घर दा खा लैना एक अलग विशा, प्यार आ भावना गी एक अलग विशा, पर नित दी भावना बनाउणी है माड़ी है। किहड़ी? भी रोज़ खाण नूं मिले। ये छड्ड दो भावना, चाहे गुरु घर होवे, चाहे अपना घर होवे, चाहे वो कोई किसी दा होर घर होवे, किसी दा घर होवे, लोड़ तो बिना ज्यादा खाना ते फ्री दा खाना ये गुनाहगार आ। एक फटकारां दी निशानी है। कम कर खा कोई गल नहीं, तां की है, नानक दे घर दा कारज कर, खा पी रज के खा, कोई चक्कर नहीं गा, पर लोड़ पैण ते। फिर इत्थे गुरु साहब ने की लिखिया गा, धरिग धरिग कापड़ अंग चढ़ाया। अंगां ते शरीर ते कपड़ा चढ़ा लिया। किहड़ा कपड़ा? आपां कहने मेरा सूट 5000 दा आया, 4 दा आया, 3 दा आया, की हो जूगा? अच्छा एक गल होर ध्यान च रखो, अपनी तो गल छड्डो, आपां तां अणजान आ, आपां तां पहली वाले विद्यार्थी आपां नूं हजे पता नहीं है। बख्शिश करे मेरा मालक, सानूं सुमत आवे। पर जिहड़ी ये गल आ ना, संगत दे सुनण तो पहलां जिथों तक मेरा आइडिया दिमाग कहंदा ना, ये साडे वर्गे बाबिਆਂ नूं सुन लेनी चाहीदी है, ये ते अमल कर लेना चाहीदा। आ पंगती ते ना साडे वर्गे बाबिਆਂ नूं, महंतां नूं, संतां नूं अमल कर लेना चाहिए। एक तो हुंदा साफ कपड़ा वधिया जो रुत दे मुताबक है, पाउणा जायज़ है, जरूर पाउणा चाहिए। पर एक हुंदा कपड़े पाउण दा रस, जिन्हों आपां स्वाद कह दिंदे आ। एक ला लिया, दूजा पा लिया, दूजा ला लिया, तीजा पा लिया, तीजा ला लिया, चौथा पा लिया। एक लोड़ आ साफ कपड़ा, सोहना कपड़ा। मैं 2 गल्लां बोलियां, साफ ते सोहना। लोड़ आ एक रस आगा, ते रस बाबिਆਂ नूं चुंबड़े होए ने। पिछे जे एक बाबे दी ऐड आई सी, कहंदे बाबे ने चोला समाया, किन्ने दा? कहंदे 20 लाख दा। एक चोला 20 लाख दा, दसो की हो जूगा? ते 20 लाख दे किन्ने काम कर सकदा सीगा? कर सकदा सी ना, पर वो बाबे चंबड़ाए असीं आ। कसूर उन्हां दा नहीं, कसूर साडा। असीं जाने आ, असीं उन्हां नूं
ਆਪਣੀਆਂ ਕਮਾਈਆਂ ਲੁਟਾਉਣੇ ਆ ਤਾਂ ਚੰਬਲੇ ਬਣੇਗੇ। ਅੱਛਾ, ਲੋੜ ਵਾਲਾ ਵਿਅਕਤੀ ਹੋਵੇ ਨਾ, ਲੋੜ ਵਾਲਾ, ਇੱਥੇ ਆਪਾਂ ਹੁਣੀ ਅਨਾਉਂਸ ਕਰ ਦਿੰਦੇ ਆ ਵੀ ਆਹ ਲੋੜ ਆ ਭਾਈ, ਆਹ ਧੀ ਦਾ ਨਾ ਕਾਰਜ ਆ, ਇਹਨੂੰ ਕੱਪੜੇ ਚਾਹੀਦੇ ਨੇ, ਗਰੰਟੀ ਆ 5 ਬੰਦਿਆਂ ਤੋਂ ਵੱਧ ਹੱਥ ਖੜਾ ਕਰਦੇ ਕੋਈ। ਨਾਲੇ ਹਾਲਾਂਕਿ ਵਾਹਿਗੁਰੂ ਦਾ ਦਿੱਤਾ ਸਭ ਕੁਛ ਆ। ਇੱਕ ਤਾਂ ਹੁੰਦਾ ਨਾ ਹੁੰਦਾ ਨਹੀਂ, ਅਸੀਂ ਹੁੰਦੇ ਹੋਏ ਵੀ ਕੀ ਕਹਿੰਦੇ ਆ ਸਾਡੇ ਕੋਲੇ ਕੁਛ ਨਹੀਂ। ਮੈਂ ਤਾਂ ਸੱਚੇ ਪਾਤਸ਼ਾਹ ਅੱਗੇ ਇਹੀ ਬੇਨਤੀ ਕਰੂੰ, ਸੱਚੇ ਪਾਤਸ਼ਾਹ ਜਿਹੜਾ ਤੇਰੇ ਦਰਬਾਰ 'ਚ ਕਹਿੰਦਾ ਨਾ ਮੇਰੇ ਕੋਲੇ ਕੁਛ ਨਹੀਂ, ਉਹਦੇ ਕੋਲੇ ਹੋਵੇ ਵੀ ਨਾ। ਤੇ ਜਿਹੜਾ ਕਹਿੰਦਾ ਕਿ ਮੇਰੇ ਕੋਲੇ ਹੈ ਕੁਛ ਨਹੀਂ ਪਰ ਮੈਂ ਹਿੱਸਾ ਜ਼ਰੂਰ ਪਾਊਂਗਾ, ਸੱਚੇ ਪਾਤਸ਼ਾਹ ਉਹਦੇ ਖਜ਼ਾਨੇ ਭਰਪੂਰ ਕਰੀ। ਤੇ ਕੀਤੇ ਵੀ ਆ ਉਹਨੇ। ਜੇ ਮਹੰਤ ਕਿਰਪਾਲ ਦਾਸ ਨੇ ਕਿਹਾ ਨਾ ਕਾਹਨੂੰ ਮਰਵਾਉਣਾ, ਕਹਿੰਦਾ ਕੋਈ ਨਾ, ਜੇ ਮਰਨ ਦੀ ਭਾਵਨਾ ਨਾ ਮਰ ਜਾਏਗਾ। ਤੇ ਮਰਿਆ ਕਿਹਦੇ ਹੱਥੋਂ ਆ? ਉਹਨਾਂ ਫੌਜੀਆਂ ਹੱਥੋਂ ਹੀ ਮਰਿਆ ਜਿਨ੍ਹਾਂ ਦੇ ਡਰ 'ਚ ਗੁਰੂ ਸਾਹਿਬ ਨੂੰ ਆਪਣੇ ਕਮਰੇ 'ਚ ਬਣਨ ਤੋਂ ਜਵਾਬ ਦੇ ਦਿੱਤਾ ਸੀਗਾ। ਕਹਿੰਦਾ ਨਾ, ਥਾਂ ਨਹੀਂ ਤੇਰੇ ਵਾਸਤੇ, ਐਡਾ ਵੱਡਾ ਡੇਰਾ ਪਾਈ ਬੈਠਾ। ਕਹਿੰਦਾ ਗੁਰੂ ਵਾਸਤੇ ਥਾਂ ਨਹੀਂ, ਐਡਾ ਵੱਡਾ ਡੇਰਾ ਪਾਈ ਬੈਠਾ, ਗੁਰੂ ਵਾਸਤੇ ਥਾਂ ਨਹੀਂ। ਸੋਚੋ ਸਾਡੀ ਮਹੰਤ ਕਿਰਪਾਲ ਦਾਸ ਵਾਲੀ ਭਾਵਨਾ ਤਾਂ ਨਹੀਂ ਹੈ। ਹਾਂ, ਤੇ ਇਹੀ ਉਹ ਬਾਬੇ ਨੇ ਜਿਹੜੇ ਕਹਿੰਦੇ ਨੇ ਅਸੀਂ 20-20 ਲੱਖ ਦੇ ਚੋਲੇ ਪਾ ਸਕਦੇ ਹਾਂ, 10-10 ਲੱਖ ਦੇ ਕਮੀਜ਼ ਕੱਪੜੇ ਪਾ ਸਕਦੇ ਹਾਂ, ਪਰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਦੇ ਲਈ ਸਾਡੇ ਕੋਲ ਕੁਛ ਨਹੀਂ ਹੈ। ਉਹ ਲੋਕ ਨੇ, ਉਹਨਾਂ ਦੇ ਵਿੱਚੋਂ ਅਸੀਂ ਵੀ ਆਉਨੇ ਆ। ਤੇ ਅਸੀਂ ਨਹੀਂ ਕਹਿਣਾਗਾ ਵੀ ਸਾਡੇ ਕੋਲੇ ਕੁਛ ਨਹੀਂ ਹੈ। ਪਾਤਸ਼ਾਹ ਜੋ ਹੈ ਬਹੁਤ ਆ, ਜੋ ਹੈ ਨਾ ਬਹੁਤ ਆਗਾ। ਇੱਥੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਸਾਖੀ ਸੁਣਾਉਣੀ ਚਾਹੁੰਦਾਗਾ। ਸ਼ਬਦ ਆਪਣਾ ਕਾਫੀ ਵੱਡਾ ਗਾ। ਸੰਖੇਪ ਦੇ ਵਿੱਚ ਇੱਕ ਸਿੰਘਾਂ ਉੱਪਲ ਹੋਇਆਗਾ। ਗੁਰੂ ਦੇ ਸਿੱਖ ਦਾ ਸੁਭਾਅ ਕਿਹੋ ਜਿਹਾ ਹੁੰਦਾਗਾ। ਆਪਾਂ ਸਾਰੇ ਸਿੱਖ ਆ ਨਾ, ਤੇ ਆਹ ਸਾਖੀ ਵਾਲੇ ਵੀਰ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਿਓ। ਇਹ ਆ ਸਿੰਘਾਂ ਉੱਪਲ ਸੰਖੇਪ। ਗੁਰੂ ਅੰਗਦ ਸਾਹਿਬ ਮਹਾਰਾਜ ਬਾਬੇ ਲਹਿਣੇ ਦੇ ਰੂਪ 'ਚ ਦੁਕਾਨ ਤੇ ਬੈਠੇ ਨੇ, ਤੇ ਇਹ ਕਈ ਦਿਨ ਉਹਦੇ ਕੋਲੇ ਸੌਦਾ ਲੈਣ ਨਹੀਂ ਗਿਆ, ਘਰ ਦਾ ਰਾਸ਼ਨ ਲੈਣ ਨਹੀਂ ਗਿਆ ਗਾ। ਅੱਗੇ ਰੋਜ਼ ਦੀ ਕਿਰਿਆ ਮੁਤਾਬਕ ਜਿੰਨੇ ਕਮਾਉਂਦਾ ਉਹਨਾਂ ਕ ਰਾਸ਼ਨ ਲਿਆਉਂਦਾ, ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈਗਾ। ਕਈ ਦਿਨਾਂ ਬਾਅਦ ਅੱਜ ਵਗ ਗਿਆ ਗੁਰੂ ਅੰਗਦ ਸਾਹਿਬ ਮਹਾਰਾਜ, ਜਾਣੀ ਕਿ ਬਾਬਾ ਲਹਿਣਾ ਜੀ ਨੇ ਪੁੱਛ ਲਿਆ। ਕਹਿੰਦਾ ਸਿੰਘਾਂ ਕੀ ਗੱਲ, ਕਈ ਦਿਨ ਹੋ ਗਏ ਤੂੰ ਆਇਆ ਨਹੀਂ। ਕਹਿੰਦਾ ਦਿਹਾੜੀ ਨਹੀਂ ਲੱਗੀ। ਕਿਉਂ? ਕਹਿੰਦਾ ਬਿਮਾਰ ਹੋ ਗਿਆ ਸੀ। ਅੱਛਾ, ਕੋਈ ਗੱਲ ਨਹੀਂ, ਤੂੰ ਮੇਰੇ ਰੋਜ਼ ਦੇ ਦੁਕਾਨ ਤੇ ਆਉਣ ਵਾਲਾਂਗਾ, ਤਾਂ ਕੀ ਸੀ ਜੇ ਦਿਹਾੜੀ ਨਹੀਂ ਸੀ ਲੱਗੀ ਤੂੰ ਆ ਜਾਂਦਾ, ਤੇਰੇ ਬੱਚੇ ਭੁੱਖੇ ਹੋਣਗੇ ਪੁੱਤ, ਤੂੰ ਲੈ ਜਾਂਦਾ, ਫਿਰ ਕੀ ਹੁੰਦਾ ਸੀ? ਕਹਿੰਦਾ ਨਹੀਂ ਜੀ, ਮੈਨੂੰ ਬਾਬੇ ਨਾਨਕ ਨੇ ਕਿਹਾ ਮੈਂ ਫਰੀ ਦਾ ਨਹੀਂ ਖਾਣਾ। ਪਹਿਲਾ ਪੁਆਇੰਟ ਸੀ ਆਪਣਾ, ਫਰੀ ਦਾ ਨਹੀਂ ਖਾਣਾਗਾ। ਇੱਕ ਪਿਆਰ ਆ, ਉਹ ਕੋਈ ਗੱਲ ਨਹੀਂ, ਪਿਆਰ ਦੇ ਵਿੱਚ ਪਾਣੀ ਜਲ ਜੋ ਛਕੇ ਉਹ ਇੱਕ ਅਲੱਗ ਵਿਸ਼ਾ। ਇੱਕ ਰੋਜ਼ ਦੀ ਭਾਵਨਾ ਵੀ ਚੱਲ ਗੁਰਦੁਆਰੇ ਖਾ ਕੇ ਆਵਾਂਗੇ, ਉੱਥੇ ਚੱਲ ਮੰਦਿਰ ਦੇ ਵਿੱਚ ਛੋਲੇ ਪੂਰੀਆਂ ਬਣੀਆਂ ਖਾ ਕੇ। ਇੱਕ ਭਾਵਨਾ ਨਿੱਤ ਦੀ ਫਰੀ ਖਾਣ ਦੀ, ਗਿੱਜੇ ਵੇ ਆਪਾਂ ਵੀ ਸਾਡੇ ਲਈ ਚੰਗਾ ਚੋਖਾ ਹੋਵੇ, ਲੋੜ ਵਾਲੇ ਲਈ ਗਾਲਾਂ ਹੋਣ। ਉਹ ਭਾਵਨਾ ਛੱਡ ਦੋ, ਉਹ ਭਾਵਨਾ ਬੰਦ ਕਰਨੀ ਪਊਗੀ। ਹਾਂ, ਇੱਕ ਲੋੜ ਆ, ਉਹ ਵੱਖਰੀ ਗੱਲ ਆ। ਪਿਆਰ ਆ, ਕੋਈ ਗੱਲ ਨਹੀਂ, ਦੁੱਧ ਛਕ ਲਓ, ਜੋ ਛਕ ਤੁਹਾਡੀ ਇੱਛਾ ਨਾਲ ਛਕ ਸਕਦੇ ਆ ਪਿਆਰ ਦੇ ਵਿੱਚ। ਕਹਿੰਦਾ ਕੋਈ ਗੱਲ ਨਹੀਂ, ਤੂੰ ਲੈ ਜਾਂਦਾ, ਤਾਂ ਕੀ ਸੀ? ਕਹਿੰਦਾ ਨਹੀਂ ਜੀ, ਚਲੋ ਕੁਛ ਹੱਥ ਦੇ ਵਿੱਚ ਟਕੇ ਨੇ। ਕਹਿੰਦਾ ਆਹ ਟਕਿਆਂ ਦਾ ਨਾ ਜਿੰਨਾ ਕੁਝ ਆਉਂਦਾ ਉਹ ਦੇ ਦੇ, ਥੋੜੀ ਜੀ ਦਾਲ ਦੇ ਦੇ ਤੇ ਥੋੜਾ ਜਿਹਾ ਆਟਾ ਦੇ ਦੇ। ਤੇ ਜਿੰਨੇ ਟਕੇ ਨੇ ਹੱਥ 'ਚ ਫੜੇ ਹੋਏ, ਤੇ ਬਾਬਾ ਲਹਿਣਾ ਜੀ ਹੱਸ ਕੇ ਕਹਿੰਦੇ ਇਹ ਤੇਰੇ ਟਕਿਆਂ ਦਾ ਤਾਂ ਕਹਿੰਦੇ ਇੱਕ ਮੁੱਠੀ ਆਟੇ ਦੀ ਆਊਗੀ, ਬਸ 100 ਗ੍ਰਾਮ 50 ਗ੍ਰਾਮ ਥੋੜੀ ਜੀ ਦਾਲ ਆ ਸਕਦੀ ਆ, ਆ ਲੈ ਜਾ ਤੂੰ ਇੰਨੀ ਕ। ਇੱਕ ਵਾਰੀ ਮਜ਼ਾਕ ਦੇ ਵਿੱਚ ਕਿਹਾ ਨਾ, 7 ਵਚਨ ਇੰਨੀ ਹੀ ਦੇ ਦੇ ਜਿੰਨਾ ਆਉਂਦਾ ਇਹਦਾ। ਪਰ ਬਾਬਾ ਲਹਿਣਾ ਜੀ ਪੁੱਛ ਬੈਠੇ, ਅੱਛਾ ਘਰ ਦੇ ਵਿੱਚ ਕਿੰਨੇ ਜੀਓ? ਤੇ ਸਿੰਘਾਂ ਕਹਿੰਦਾ 3 ਆ, ਇੱਕ ਧੀ ਆ, ਇੱਕ ਮੈਂ ਆ, ਤੇ ਇੱਕ ਮੇਰੀ ਪਤਨੀ ਆ। ਤੇ ਲਹਿਣਾ ਕਹਿੰਦਾ ਫਿਰ ਇਹਦੇ ਨਾਲ ਨਹੀਂ ਤੁਹਾਨੂੰ ਸਰਨਾ, ਇਹਦੇ ਨਾਲ ਤਾਂ ਮੁੱਠੀ ਆਟੇ ਦੀ ਹੈ ਨਾ, ਇਹਦੇ ਨਾਲ ਤਾਂ 2 ਰੋਟੀਆਂ ਬੰਨਣਗੀਆਂ। ਤੇ ਤੂੰ ਕਈ ਦਿਨਾਂ ਤੋਂ ਭੁੱਖਾਂਗਾ, 2 ਰੋਟੀਆਂ ਤੋਂ ਵੱਧ ਤਾਂ ਤੇਰੀ ਲੋੜ ਆ, 2 ਰੋਟੀਆਂ ਤੋਂ ਵੱਧ ਤਾਂ ਤੇਰੀ ਲੋੜ ਆ, ਤੇ ਪਰਿਵਾਰ ਨੂੰ ਕੀ ਖਵਾਏਗਾ? ਕਹਿੰਦਾ ਨਹੀਂ ਕੋਈ ਗੱਲ ਨਹੀਂ, ਤੂੰ ਇੰਨੇ ਦੇ ਦੇ ਤੇ ਮੈਂ ਇੰਨੇ ਤੇ ਸਬਰ ਕਰ ਲੂੰਗਾ। ਚਲੋ ਨਾ ਕਰਦਿਆਂ ਕਰਦਿਆਂ ਉਹ ਸਿੰਘੇ ਦੇ ਨਾ ਕਰਦਿਆਂ ਆਪਣੇ ਵੱਲੋਂ ਯਤਨ ਕੀਤਾ ਵੱਧ ਦੇਣ ਦਾ, ਪਰ ਲੈ ਕੇ ਨਹੀਂ ਗਿਆਗਾ ਵੀ ਮੈਂ ਗੁਰੂ ਦਾ ਪਿਆਰਾ ਗੁਰਸਿੱਖਾਂ ਨੇ, ਮੈਂ ਇਦਾਂ ਨਹੀਂ ਲੈ ਕੇ ਜਾਵਾਂ। ਕੋਈ ਗੱਲ ਨਹੀਂ, ਕੱਲ ਨੂੰ ਮੈਂ ਦਿਹਾੜੀ ਜਾ ਵੜਾਂਗਾ ਤੇ ਮੇਰੇ ਕੋਲੇ ਰੁਪਈਏ ਆ ਜਾਣਗੇ ਤੇ ਮੈਂ ਹੋਰ ਵੱਧ ਲੈ ਜਾਵਾਂਗਾ। ਚਲੋ ਨਾ ਮੰਨਿਆ, ਲੈ ਗਿਆ ਜਿੰਨਾ ਰਾਸ਼ਨ ਆਇਆ। ਘਰ ਦੇ ਵਿੱਚ ਗਿਆ, ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਘਰ ਵਾਲੀ ਨੇ ਤਿਆਰ ਕਰ ਲਿਆ। ਹੁਣ ਮੁੱਠੀ ਆਟੇ ਦੀਆਂ 3 ਰੋਟੀਆਂ ਬਣ ਗਈਆਂ, ਦਾਲ ਧਰ ਲਈ।
ਇੰਨਾ ਕੁਛ ਹੀ ਬਣਿਆ ਨਾ। ਛੋਟਾ ਜਿਹਾ ਮਕਾਨ ਆ, ਕੱਚਾ ਮਕਾਨ ਹੈਗਾ, ਤੇ ਜਦੋਂ ਥਾਲ ਦੇ ਵਿੱਚ ਤਿੰਨੇ ਰੋਟੀਆਂ ਇੱਕ ਥਾਂ ਤੇ ਪਰੋਸੀਆਂ ਗਈਆਂ, ਪਕਵਾਨ ਬਣ ਗਿਆ, ਪਾਲੀਆਂ, ਧੀ ਬਹਿ ਗਈ, ਪਤਨੀ ਬਹਿ ਗਈ, ਆਪ ਬਹਿ ਗਿਆ। ਤੇ ਜਿਹੜਾ ਦੁਕਾਨਦਾਰ ਹੈ ਨਾ, ਗੁਰੂ ਅੰਗਦ ਸਾਹਿਬ ਮਹਾਰਾਜ ਬਾਬੇ ਲਹਿਣੇ ਦੇ ਰੂਪ ਚ, ਉਦੋਂ ਆਮ ਵਿਅਕਤੀ ਆ, ਤੇ ਉਹ ਪਿੱਛੇ ਆ ਗਿਆ। ਮੈਂ ਦੇਖੂੰ ਕਿਹੋ ਜਿਹਾ ਘਰ ਆ, ਕੀ ਗੱਲਬਾਤ ਆ, ਤੇ ਕੱਲ ਨੂੰ ਨਾ ਮੈਂ ਇਹਦਾ ਹੋਰ ਪ੍ਰਬੰਧ ਕਰੂੰ। ਫਿਰ ਕੋਈ ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਕਹਿ ਕੇ ਨਾ ਕੋਈ ਪੱਕਾ ਹੀ ਰਾਸ਼ਨ ਬਣ ਦਾਂਗੇ ਮਹੀਨੇ ਦਾ, ਵੀ ਕੋਈ ਗੱਲ ਨਹੀਂ, ਦਿਹਾੜੀ ਲੱਗੇ ਨਾ ਲੱਗੇ, ਤੇ ਤੈਨੂੰ ਅਸੀਂ ਰਾਸ਼ਨ ਦੇ ਕੇ ਜਾਇਆ ਕਰਾਂਗੇ। ਅੱਜ ਵੀ ਬੜੇ ਪਰਿਵਾਰ ਨੇ ਜਿਨ੍ਹਾਂ ਦੇ ਪੱਕੇ ਪਰਮਾਨੈਂਟ, ਜਿਹੜੇ ਅੰਗਹੀਣ ਨੇ, ਕੋਈ ਉਹਨਾਂ ਦੀ ਮਜਬੂਰੀ ਬਣ ਗਈ, ਨਹੀਂ ਕੰਮ ਕਰ ਸਕਦੇ, ਉਹਨਾਂ ਦੇ ਪੱਕੇ ਰਾਸ਼ਨ ਲੱਗੇ ਪਏ ਨੇ, ਵੀ ਕੋਈ ਗੱਲ ਨਹੀਂ, ਤੁਹਾਡੇ ਘਰ ਦੇ ਵਿੱਚ ਇੰਨੇ ਦਿਨਾਂ ਬਾਅਦ ਭੋਜਨ ਪਾਣੀ ਪਹੁੰਚ ਜਾਇਆ ਕਰੂਗਾ। ਇਹ ਗੁਰਸਿੱਖ ਦੀ ਭਾਵਨਾ ਗਈ। ਅੱਛਾ, ਜਦੋਂ ਲਹਿਣਾ ਜੀ ਪਿੱਛੇ ਚਲੇ ਗਏ ਨਾ, ਹੁਣ ਕੱਚਾ ਘਰ ਆ, ਛੋਟੀ ਛੋਟੀ ਕੰਧ ਆ, ਇੱਕ ਸਾਈਡ ਤੇ ਖੜ ਗਏ। ਥਾਲ ਦੇ ਵਿੱਚ ਭੋਜਨ ਪਰੋਸਿਆ ਗਿਆ, ਰੋਟੀਆਂ ਨੇ 3, ਥੋੜੀ ਜਿਹੀ ਕੌਲੀ ਦਾਲ ਦੀ, ਤੇ ਰੱਬ ਦੇ ਅੱਗੇ ਅਰਦਾਸ ਬੇਨਤੀ ਸ਼ੁਰੂ ਕਰ ਦਿੱਤੀ। ਉਸ ਪਰਮਾਤਮਾ ਦੇ ਅੱਗੇ ਪ੍ਰਸ਼ਾਦਾ ਛਕਣ ਤੋਂ ਬੇਨਤੀ ਸ਼ੁਰੂ ਕਰ ਦਿੱਤੀ। ਬੇਨਤੀ ਕਰਨ ਤੋਂ ਬਾਅਦ ਜਦੋਂ ਭਾਈ ਸਿੰਘਾਂ ਜੀ ਗਰਾਹੀ ਤੋੜਨ ਲੱਗੇ ਨਾ, ਇੰਨੇ ਨੂੰ ਆਵਾਜ਼ ਵੱਜ ਗਈ, ਇੰਨੇ ਨੂੰ ਆਵਾਜ਼ ਵੱਜ ਗਈ, ਗੁਰੂ ਦੇ ਸਿੱਖਾ ਘਰੀਆਂ। ਹਾਂ ਭਾਈ, ਗਰਾਹੀ ਤੋੜਦਾ ਛੱਡਤੀ, ਕੋਈ ਗੱਲ ਨਹੀਂ, ਕਿਸੇ ਨੇ ਆਵਾਜ਼ ਮਾਰੀ ਆ। ਕੌਣ ਆ? ਕਹਿੰਦਾ ਭਾਈ ਮੈਂ ਤਾਂ ਰਾਹਗੀਰ ਆ, ਲੋੜ ਸੀ ਭੋਜਨ ਦੀ, ਰਾਤ ਪੈ ਗਈ ਨਾ, ਲੋੜ ਸੀ ਭੋਜਨ ਦੀ, ਢਿੱਡੋਂ ਭੁੱਖਾਂਗਾ ਤੇ ਮੈਨੂੰ ਭੋਜਨ ਚਾਹੀਦਾ, ਰੋਟੀ ਚਾਹੀਦੀ ਆ। ਪਿੱਛੇ ਕਈ ਤਕੜੇ ਤਕੜੇ ਵੱਡੇ ਵੱਡੇ ਦਰਵਾਜ਼ਿਆਂ ਵਾਲਿਆਂ ਨੂੰ ਆਵਾਜ਼ਾਂ ਮਾਰੀਆਂ ਸੀ, ਕਿਸੇ ਨੇ ਬਾਹਰ ਨਹੀਂ ਖੋਲਿਆ। ਅੱਗੋਂ ਲਾਹਣਤਾਂ ਪਾਈਆਂ, ਗਾਹਾਂ ਹੋ ਜਾ, ਲੋੜ ਆ ਰੋਟੀ ਦੀ ਤੇ ਰੋਟੀ ਖਾਣੀ ਆ। ਤੇ ਸਿੰਘੇ ਨੇ ਅੰਦਰ ਹੀ ਸੋਚਿਆ, ਕਹਿੰਦਾ ਜੇ ਤਾਂ ਤੂੰ ਆਵਾਜ਼ ਮਾਰਦਾ ਨਾ ਮੇਰਾ ਨਾਂ ਲੈ ਕੇ ਵੀ ਸਿੰਘਿਆਂ ਘਰੇ ਆ, ਫਿਰ ਤਾਂ ਮੈਂ ਤੈਨੂੰ ਸ਼ਾਇਦ ਇਹ ਰੋਟੀ ਤੋਂ ਜਵਾਬ ਦੇ ਦਿੰਦਾ, ਪਰ ਤੂੰ ਆਵਾਜ਼ ਮਾਰੀ ਆ ਗੁਰੂ ਦੇ ਸਿੱਖਾ ਘਰੀਆਂ, ਤੇ ਹੁਣ ਜੇ ਤੂੰ ਗੁਰੂ ਦਾ ਸਿੱਖ ਕਹਿ ਕੇ ਆਵਾਜ਼ ਮਾਰੀ ਆ ਨਾ, ਤੇ ਹੁਣ ਮੈਂ ਤੈਨੂੰ ਭੋਜਨ ਛਕਾਏ ਬਿਨਾ ਨਹੀਂ ਮੋੜਾਂਗਾ। ਪਤਨੀ ਉੱਠ ਖੜੀ, ਧੀ ਉੱਠ ਖੜੀ, ਇਕੱਲੇ ਹੀ ਰਹਿ ਗਿਆ। ਭੋਜਨ ਉਹ ਢੱਕ ਦਿੱਤਾ। ਜਿਹੜਾ ਲੋੜਵੰਦ ਵਿਅਕਤੀ ਉਹਨੂੰ ਘਰੇ ਵਹਾ ਲਿਆ, ਲਿਆ ਕੇ ਘਰੇ ਵਹਾ ਲਿਆ, ਤੇ ਕਹਿੰਦਾ ਛਕ ਭੋਜਨ, ਭੋਜਨ ਤਿਆਰ ਆ, ਕੋਈ ਗੱਲ ਨਹੀਂ। ਹੁਣ ਜਿਹੜਾ ਲੋੜਵੰਦ ਵਿਅਕਤੀ ਭੋਜਨ ਛਕਣਾ ਆਇਆ ਨਾ, ਘਰ ਦੇ ਹਾਲਾਤਾਂ ਮੁਤਾਬਕ ਵੀ ਛੋਟਾ ਜਿਹਾ ਘਰ ਆ, ਗੁਰੂ ਦੇ ਸਿੱਖ ਅੰਦਰ ਪਿਆਰ ਬੜਾ, ਪ੍ਰੇਮ ਬੜਾ ਗਾ, ਉਹਨੇ 1.5 ਪ੍ਰਸ਼ਾਦਾ, 3 ਪ੍ਰਸ਼ਾਦਿਆਂ ਵਿੱਚੋਂ 1.5 ਪ੍ਰਸ਼ਾਦਾ ਛਕ ਲਿਆ, ਤੇ ਪਿੱਛੇ ਰਹਿ ਗਏ 1.5 ਪ੍ਰਸ਼ਾਦਾ। 1.5 ਪ੍ਰਸ਼ਾਦਾ ਛੱਡ ਕੇ ਉਹਨੇ ਗੁਰੂ ਦੇ ਸਿੱਖ ਦਾ ਧੰਨਵਾਦ ਕੀਤਾ, ਤੇ ਅੱਗੇ ਆਪਣੇ ਚਾਲੇ ਪਾ ਦਿੱਤੇ। ਜਿਹੜਾ 1.5 ਪ੍ਰਸ਼ਾਦਾ ਪਿੱਛੇ ਬਚਿਆ ਨਾ, ਹੁਣ ਉਹ ਛਕਣ ਦੇ ਲਈ ਇੱਕ ਦੂਜੇ ਨੂੰ ਕਹਿ ਰਹੇ ਨੇ। ਪਤਨੀ ਕਹਿੰਦੀ ਤੂੰ ਛਕ ਲਾ, ਤੜਕੇ ਦਿਹਾੜੀ ਜਾਣਾ ਹੋਊਗਾ। ਧੀ ਕਹਿੰਦੀ ਨਹੀਂ ਮਾਂ ਤੂੰ ਛਕ ਲਾ, ਕੋਈ ਗੱਲ ਨਹੀਂ, ਤੈਂ ਵੀ ਕੱਲ ਨੂੰ ਕੋਈ ਕੰਮ ਕਰਨਾ ਹੋਊਗਾ, ਮੈਂ ਤਾਂ ਨਿਆਣੀ ਆ, ਸਾਰ ਲੂੰ, ਕੋਈ ਗੱਲ ਨਹੀਂ। ਇੱਕ ਦੂਜੇ ਵੱਲ ਤਿੰਨੇ ਜਣੇ ਇੱਕ ਦੂਜੇ ਨੂੰ ਕਹਿ ਰਹੇ ਨੇ ਤੂੰ ਛਕ ਲਾ, ਤੂੰ ਛਕ ਲਾ। ਪਰ ਚਲੋ ਕਹਿਣ ਤੋਂ ਭਾਵ ਅੱਧਾ ਅੱਧਾ ਪ੍ਰਸ਼ਾਦਾ ਤਿੰਨਾਂ ਜਣਿਆਂ ਨੇ ਛਕ ਲਿਆ ਵੰਡ ਕੇ, ਤੇ ਉਹ ਰੱਬ ਦਾ ਕੀਤਾ ਸ਼ੁਕਰ, ਰੱਬ ਦਾ ਕੀਤਾ ਧੰਨਵਾਦ। ਆਹ ਬੇਨਤੀ ਸੁਣ ਕੇ, ਆਹ ਹਾਲ ਦੇਖ ਕੇ ਬਾਬਾ ਲਹਿਣਾ ਜੀ ਤੋਂ ਰਿਹਾ ਨਹੀਂ ਗਿਆਗਾ, ਅੰਦਰ ਆ ਵੜਿਆ। ਬਾਬਾ ਲਹਿਣਾ ਜੀ ਤੋਂ ਰਿਹਾ ਨਹੀਂ ਗਿਆਗਾ, ਅੰਦਰ ਆ ਵੜਿਆ, ਤੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਸਿੰਘੇ ਉੱਪਰ ਨੂੰ। ਸਿੰਘੇ ਉੱਪਰ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਨਾ, ਪਤਾ ਕੀ ਕਹਿੰਦਾਗਾ, ਉਹ ਜਿਹਦਾ ਤੂੰ ਸਿੱਖ ਆ ਨਾ, ਉਹ ਪਿਆਰ ਦੀ ਭਾਵਨਾ, ਜੇ ਉੱਥੇ ਉਹ ਇਹ ਵੀ ਕਿਹਾ ਨਾ ਤਾਂ ਉਹ ਪਿਆਰ ਆਗਾ। ਓਏ ਗੁਰਸਿੱਖਾ, ਜਿਹਦਾ ਤੂੰ ਸਿੱਖ ਆ ਨਾ, ਜਿਹਦਾ ਗੁਰਸਿੱਖ ਆ, ਮੈਨੂੰ ਉਹਦੇ ਕੋਲੇ ਲੈ ਚੱਲ, ਮੈਂ ਵੀ ਤੇਰੇ ਵਰਗਾ ਜੀਵਨ ਜਿਉਣਾ ਚਾਹੁੰਦਾਗਾ, ਤੇਰੇ ਵਰਗਾ ਮੈਂ ਜੀਵਨ ਜਿਉਣਾ ਚਾਹੁੰਦਾਗਾ। ਤੇ ਫਿਰ ਸਿੰਘਾਂ ਉੱਪਰ ਕਿੱਥੇ ਲੈ ਕੇ ਗਿਆ ਸੀਗਾ? ਗੁਰੂ ਨਾਨਕ ਸਾਹਿਬ ਦੇ ਦਰ ਤੇ ਕਰਤਾਰਪੁਰ ਸਾਹਿਬ ਲੈ ਕੇ ਗਿਆ ਸੀਗਾ। ਆਹ ਗੁਰਸਿੱਖ ਦਾ ਜੀਵਨ ਹੁੰਦਾ। ਘਰ ਵਿੱਚ ਰੋਟੀ ਨਹੀਂ ਹੈ, ਪਰ ਰਾਹ ਜਾਂਦੇ ਵਿਅਕਤੀ ਨੂੰ, ਲੋੜਵੰਦ ਵਿਅਕਤੀ ਨੂੰ ਮੋੜਿਆ ਨਹੀਂ। ਤੇ ਇੱਕ ਸੱਚੀ ਜੀ ਗੱਲ ਕਹਿਣਾ, ਜੱਜ ਕਹਿ ਦਈਏ ਨਾ ਵਿਸਾਖੀ ਆ ਗਈ ਭਾਈ, ਜਾਂ ਗੁਰੂ ਘਰ ਸੇਵਾ ਚੱਲੀ ਜਾਂਦੀ ਹੈ, ਦੇ ਦੇ 500-400, ਦੇ ਦੇ ਖੰਡ ਦਾ ਗੱਟਾ, ਕਹਿੰਦਾ ਹੈ ਹੀ ਨਹੀਂ। ਕੀ ਕਹਿੰਦਾਗਾ? ਹੈ ਹੀ ਨਹੀਂ। ਤੇ ਜੇ ਪੁੱਛੀਏ ਕੌਣ ਆ ਤੂੰ, ਕਹਿੰਦਾ ਮੈਂ ਸਿੱਖ। ਆਹ ਸਿੱਖ ਹੁੰਦੇ ਨੇ? ਸੋਚੋ, ਇਹਦੇ ਨਾਲ ਕੰਪੈਰੀਜ਼ਨ ਤੋਲ ਕੇ ਦੇਖੋ, ਇਹਦੇ ਨਾਲ ਹੁਣ ਆਹ ਸਿੰਘੇ ਉੱਪਲ ਨਾਲ ਤੋਲ ਕੇ ਦੇਖੋ। ਜੇ ਸਿੰਘੇ ਉੱਪਲ ਦੀ ਆਹ ਕਹਾਣੀ ਸੁਣੀ ਆ ਨਾ, ਤੇ ਸਿੰਘੇ ਉੱਪਲ ਵਰਗਾ ਆਪਣਾ ਜੀਵਨ ਵੀ ਬਣਾ ਲਈਏ।
ਕੱਚੇ ਜੇ ਸਿੱਖ ਨਾ ਬਣ ਗਈ, ਬਣਾਉਟੀ ਜੀ ਸਿੱਖ। ਅੱਛਾ ਜੇ ਕਹਿੰਦੇ ਨੇ ਵੀ ਸਾਡੇ ਕੋਲੇ ਕੁਛ ਹੈ ਹੀ ਨਹੀਂ ਤੇ ਸਾਨੂੰ ਫਿਰ ਗੁਰੂ ਦੇ ਹੱਕ ਲੰਗਰ 'ਚ ਨਾ ਛਕਣ ਦਾ ਵੀ ਅਧਿਕਾਰ ਹੈ ਨਹੀਂ ਗਾ। ਮੈਂ ਤਾਂ ਕਦੇ ਕਦੇ ਸੋਚਦਾ ਹੁੰਨਾ ਗਾ, ਕੁਛ ਦਿਨਾਂ ਦੇ ਲਈ ਨਾ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੂੰ ਇਦਾਂ ਦੀਆਂ ਡਿਊਟੀਆਂ ਸਮਾਈਆਂ ਜਾਣ, ਚੜ੍ਹਦੀ ਕਲਾ ਵਾਲਿਆਂ ਨੂੰ, ਤੇ ਡੰਡਾ ਖਿੱਚਿਆ ਹੋਵੇ, ਖਬਰਦਾਰ ਜਿਹੜਾ ਕੋਈ ਇਹੋ ਜਿਹਾ ਆਊਗਾ ਐਨ ਬਿਲਕੁਲ 15 ਦਿਨਾਂ ਦੇ 20 ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਵੀ ਕਿਹੜਾ ਗੁਰਸਿੱਖ ਆ ਤੇ ਕਿਹੜਾ ਨਕਲੀ ਸਿੱਖ ਆ, ਖਬਰਦਾਰ ਜਿਹੜਾ ਨਕਲੀ ਸਿੱਖ ਆਊਗਾ ਇੱਥੇ ਕੀ ਕਰਾਉਣਾ ਹੈ ਜੀ ਨਕਲੀ ਸਿੱਖਾਂ ਤੋਂ। ਇਹੀ ਕਹਿੰਦੇ ਨੇ ਗੁਰੂ ਸਾਹਿਬ, ਮੈਨੂੰ ਚਾਹੀਦੀ ਆ ਮਲਾਈ, ਕੁਆਲਿਟੀ ਚਾਹੀਦੀ ਆ ਤੇ ਕੁਆਲਿਟੀ ਬਣਾਉਣੀ ਪਊ ਪਿਆਰ ਵਾਲਿਓ। ਤੇ ਇੱਥੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਸਾਰੀਆਂ ਗੱਲਾਂ ਨੂੰ ਫਟਕਾਰ ਪਾਈਆਂ ਸੀ। ਜੇ ਤੇਰੇ ਗੁਰੂ ਯਾਦ ਨਹੀਂ ਨਾ, ਤੂੰ ਗੁਰੂ ਦੇ ਸੰਧਾਨ ਤੋਂ ਟੁੱਟਿਆ ਹੋਇਆ ਨਾ ਤੇ ਗੁਰੂ ਦੀ ਸੇਵਾ ਤੋਂ ਟੁੱਟਿਆ ਹੋਇਆ ਨਾ, ਤਾਂ ਤੇਰਾ ਸੌਣਾ, ਤੇਰਾ ਖਾਣਾ, ਤੇਰਾ ਹੰਡਾਉਣਾ ਧ੍ਰਿਗ ਹੈ, ਫਟਕਾਰ ਜੋਗ ਹੈ। ਇੱਕ ਪੰਗਤੀ 'ਚ 6 ਵਾਰੀ, ਇੱਕ ਪੰਗਤੀ 'ਚ 6 ਵਾਰੀ ਧ੍ਰਿਗ ਕਿਹਾਗਾ। ਕਿਹਨੇ ਕਿਹਾਗਾ? ਤੀਜੇ ਪਾਤਸ਼ਾਹ ਨੇ। ਇੱਕ ਪੰਗਤੀ 'ਚ 6 ਵਾਰੀ ਧ੍ਰਿਗ ਕਹਿਤਾ ਤੇ ਇੱਕ ਧ੍ਰਿਗ ਦਾ 100 ਵਾਰੀ ਲਾਹਣਤ ਪੈ ਗਈ, ਇੱਕ ਧ੍ਰਿਗ ਦੀ 100 ਫਿੱਟੇ ਮੂੰਹ ਹੋ ਗਈ। ਤੇ ਜੇ 6 ਵਾਰੀ ਕਿਹਾ ਤੇ ਕਿੰਨੇ ਵਾਰੀ ਫਿੱਟੇ ਮੂੰਹ ਦੇਤੀ? ਇੱਕ ਪੰਗਤੀ 'ਚ 600 ਵਾਰੀ ਫਿੱਟੇ ਮੂੰਹ ਦੇਤੀ ਗੁਰੂ ਦੇ ਸੰਧਾਂਤ ਨਾਲੋਂ ਟੁੱਟੇ ਹੋਏ ਮਨੁੱਖ ਨੂੰ। 600 ਵਾਰੀ, ਇੱਕ ਵਾਰੀ ਫਿੱਟੇ ਮੂੰਹ ਨਹੀਂ, 2 ਵਾਰੀ 4 ਵਾਰੀ ਨਹੀਂ, 600 ਵਾਰੀ। ਫਿਰ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ? ਧ੍ਰਿਗ ਸਰੀਰ, ਆ ਸਰੀਰ ਵੀ ਧ੍ਰਿਗੀ ਆ, ਕੁਟੰਬ ਸਹਿਤ ਸਿਉ ਤੇਰੇ ਪਰਿਵਾਰ ਸਮੇਤ, ਪਰਿਵਾਰ ਸਮੇਤ ਫਿੱਟੇ ਮੂੰਹ ਧ੍ਰਿਗ ਹੈ। ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਜੇ ਆ ਸਰੀਰ ਵਿੱਚ ਰਹਿ ਕੇ ਉਹ ਮਾਲਕ ਦੀ ਖੁਸ਼ੀ ਨਹੀਂ ਖੱਟ ਸਕਿਆ। ਤੇ ਖੁਸ਼ੀ ਕਾਹਦੇ ਵਿੱਚ ਆ? ਖੁਸ਼ੀ ਕੁਝ ਕਰਨ 'ਚ ਹੁੰਦੀ ਆ, ਖੁਸ਼ੀ ਕੁਝ ਚੰਗਾ ਕਰਨ ਵਿੱਚ ਹੁੰਦੀ ਆ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਪੌੜੀ ਛੁੜਕੀ ਫਿਰ ਹਾਥ ਨਾ ਆਵੇ। ਪੌੜੀ ਕਿਹਨੂੰ ਕਿਹਾ? ਆ ਸਰੀਰ ਨੂੰ। ਇਹ ਸਰੀਰ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਪੌੜੀ ਆ। ਜਿਵੇਂ ਚੁਬਾਰੇ ਜਾਣਾ ਨਾ, ਦੂਜੀ ਤੀਜੀ ਚੌਥੀ ਮੰਜ਼ਿਲ ਜਾਣਾ, ਪੌੜੀ ਦੀ ਲੋੜ ਆ। ਇਵੇਂ ਜਿਵੇਂ ਆ ਸਰੀਰ ਇਹ ਲੋਕ ਦੇ ਵਿੱਚੋਂ ਪਰਲੋਕ ਭਾਵ ਮਾਲਕ ਦੀ ਖੁਸ਼ੀ ਲੈਣ ਦੇ ਲਈ ਪਹੁੰਚਾਉਣ ਵਾਸਤੇ ਨਾ ਇਹ ਪੌੜੀ ਆ। ਇਹ ਪੌੜੀ ਇੱਕ ਵਾਰੀ ਛੁੱਟ ਗਈ ਨਾ, ਇੱਕ ਵਾਰੀ ਹੱਥੋਂ ਨਿਕਲ ਗਈ। ਪੌੜੀ ਛੁੱਟ ਗਈ ਫਿਰ ਹਾਥ ਨਾ ਆਵੇ, ਫਿਰ ਦੁਬਾਰੇ ਇਹ ਹੱਥ ਨਹੀਂ ਆਊਗੀ। ਅਹਿਲਾ ਜਨਮ ਗਵਾਇਆ, ਕਿੰਨਾ ਸੋਹਣਾ ਜੀਵਨ ਸੀ ਤੇ ਤੂੰ ਆਪਣਾ ਜੀਵਨ ਗਵਾ ਲਿਆ। ਫਿਰ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਦਇਆਲ ਦਇਆ ਪਤ ਦਾਤਾ, ਤੂੰ ਦਇਆਲ ਹੈ, ਦਇਆ ਦਾ ਖਜ਼ਾਨਾ ਹੈ, ਦਇਆ ਪਤ ਦਾਤਾ। ਕਿਆ ਇਹ ਜੰਤ ਵਿਚਾਰੇ, ਅਸੀਂ ਜੀਵ ਕੀ ਹਾਂ? ਅਸੀਂ ਤਾਂ ਵਿਚਾਰੇ ਤੇਰੇ ਦਰ ਤੇ ਬੈਠ ਕੇ ਕੁਝ ਸੁਣਨ ਵਾਲੇ ਹਾਂ, ਕੁਝ ਛਕਣ ਵਾਲੇ ਹਾਂ, ਕੁਝ ਹੰਡਾਉਣ ਵਾਲੇ ਹਾਂ। ਅਸੀਂ ਤਾਂ ਆਹ ਕੁਝ ਕਰ ਸਕਦੇ ਹਾਂ। ਫਿਰ ਵਾਹਿਗੁਰੂ ਜੀ ਕਹਿੰਦੇ ਨੇ ਨਾ ਐਸਾ ਆਖ ਵਖਾਣਾ ਮੁਕਤ ਬੰਧ ਸਭ ਤੁਝ ਤੇ ਹੋਏ। ਤੇਰੇ ਦਰ ਤੇ ਆ ਕੇ ਹੀ ਅਸੀਂ ਮੁਕਤੀ ਪਾ ਸਕਦੇ ਹਾਂ, ਮਾੜੇ ਕੰਮਾਂ ਤੋਂ ਖਹਿੜਾ ਛਡਵਾ ਸਕਦੇ ਹਾਂ। ਗੁਰਮੁਖ ਹੋਵੇ ਸੋ ਮੁਕਤ ਕਹੀਐ, ਮਨਮੁਖ ਅੰਧ ਵਖਾਣਾ। ਮਨਮੁਖ ਅੰਧਲੇਪਣ ਵਿੱਚ ਜੀਵਨ ਬਤੀਤ ਕਰ ਰਿਹਾ ਤੇ ਮਨਮੁਖ ਨੂੰ ਛੱਡ ਕੇ ਗੁਰਮੁਖ ਦੀ ਅਵਸਥਾ ਵਿੱਚ ਪਹੁੰਚ ਕੇ ਬੰਦਾ ਸੰਜਾਖਾ ਹੋ ਗਿਆ, ਜ਼ਿੰਦਗੀ ਸੋਹਣੀ ਜਿਉਣਾ ਹੈ। ਸੋ ਜਨ ਮੁਕਤ ਗਤ ਕਹੀ ਨਾ ਜਾਏ, ਸੱਚੈ ਆਪ ਸਵਾਰੇ। ਉਹਨਾਂ ਦੀ ਗਤ ਕਹੀ ਨਹੀਂ ਜਾ ਸਕਦੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਹੈ। ਭਰਮ ਭੁਲਾਣੇ ਜੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਹੜਾ ਭਰਮ ਦੇ ਵਿੱਚ ਫਸ ਗਿਆ, ਨਾ ਉਰਵਾਰ, ਨਾ ਉਹ ਅਗਲੇ ਬੰਨੇ ਦਾ ਰਿਹਾ ਤੇ ਨਾ ਉਹ ਪਿਛਲੇ ਬੰਨੇ ਦਾ ਰਿਹਾ। ਜਿਹੜੀ ਆਪਣੀ ਕਹਾਵਤ ਆ ਨਾ ਵੀ ਨਾ ਧੁਰਦਾ ਤੇ ਨਾ ਧਾਮਦਾ। ਫਿਰ ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜਿਸ ਨੂੰ ਨਦਰ ਕਰੇ ਸਹੀ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਜ਼ਰੂਰ ਸੰਭਾਲੀ ਤੇ ਗੁਰੂ ਦੇ ਸ਼ਬਦ ਨੇ ਹੀ ਤੈਨੂੰ ਬਦਲਣਾਗਾ। ਤੇ ਗੁਰੂ ਦਾ ਸ਼ਬਦ ਕਿੱਥੇ ਸੀਗਾ? ਸੀਹੇ ਦੇ ਘਰ। ਤੇ ਇਸ ਗੁਰੂ ਦੇ ਸ਼ਬਦ ਨੂੰ ਸੁਣਿਆ ਕਿਹਨੇ ਆ? ਆਪਾਂ ਨੂੰ ਪਤਾ ਗਾ ਬਾਬਾ ਲਹਿਣਾ ਜੀ ਨੇ। ਤੇ ਬਾਬਾ ਲਹਿਣਾ ਜੀ ਕੌਣ ਨੇ? ਗੁਰੂ ਅੰਗਦ ਸਾਹਿਬ ਮਹਾਰਾਜ। ਇੱਕ ਆਮ ਦਿਹਾੜੀਦਾਰ ਪਰਿਵਾਰ ਤੋਂ ਸਿੱਖਿਆ ਲੈ ਕੇ ਸ਼ਾਹੂਕਾਰਾਂ ਦਾ ਲੜਕਾ ਦੂਜੇ ਪਾਤਸ਼ਾਹ ਦੀ ਪਦਵੀ ਪ੍ਰਾਪਤ ਕਰ ਗਿਆ। ਫਿਰ ਆਪਾਂ ਉਹ ਸ਼ਬਦ ਹਿਰਦੇ 'ਚ ਵਸਾਉਣੇ ਜਿਹੜੇ ਦੂਜੇ ਪਾਤਸ਼ਾਹ ਨੇ ਇੱਕ ਆਮ ਵਿਅਕਤੀ ਤੋਂ ਸੁਣੇ। ਫਿਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਭਾਗ ਹੋਵੇ ਜਿਸ ਮਸਤਕ, ਜਿਨ੍ਹਾਂ ਦੇ ਵੱਡੇ ਭਾਗ ਹੋਣ, ਚੰਗੇ ਭਾਗ ਹੋਣ। ਨਾਨਕ ਭਾਗ ਹੋਵੇ ਮਸਤਕ, ਕਾਲਹੇ ਮਾਰ ਵਧਾਰੇ। ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਆ ਫਿਰ ਉਹਨਾਂ ਦੀ ਜ਼ਿੰਦਗੀ 'ਚ ਨਾ ਮੌਤ ਮਰ ਜਾਂਦੀ ਹੈ। ਕਾਲ ਹੈ, ਕਾਲ ਤੋਂ ਭਾਵ ਮੌਤ। ਉਹਨਾਂ ਨੂੰ ਮੌਤ ਨਹੀਂ ਆਉਂਦੀ ਗੀ।
ਨਾ ਮੌਤ ਆਉਣ ਦਾ ਕਾਰਨ ਤੁਸੀਂ ਸਾਰੇ ਜਾਣਦੇ ਹੋ। ਕਿਹੜੀ ਮੌਤ? ਜ਼ਮੀਰ ਕਰਕੇ ਉਹ ਬੰਦੇ ਕਦੇ ਇੱਥੇ ਸੰਸਾਰ ਵਿੱਚ ਨਹੀਂ ਮਰਦੇ। ਉਹਨਾਂ ਦੀ ਅੰਦਰ ਦੀ ਜਿਹੜੀ ਰੂਹ ਆ ਨਾ, ਉਹ ਹਮੇਸ਼ਾ ਜਿਉਂਦੀ ਰਹਿੰਦੀ ਆ, ਭਾਵੇਂ ਸਰੀਰ ਛੱਡ ਜਾਣ ਤੇ ਭਾਵੇਂ ਸਰੀਰ ਵਿੱਚ ਰਹਿੰਦੇ ਹੁਣ। ਇੱਥੇ ਕਿਹਾ ਉਹਨਾਂ ਨੂੰ ਮੌਤ ਨਹੀਂ ਆਉਂਦੀ, ਉਹ ਸੱਚਮੁੱਚ ਆ ਵੀ ਉਹ ਜ਼ਮੀਰ ਕਰਕੇ ਭਾਈ ਨਹੀਂ ਖਤਮ ਹੁੰਦੇਗੇ। ਇੱਥੋਂ ਤੱਕ ਅੱਜ ਦਾ ਸ਼ਬਦ ਸਮਾਪਤ ਹੈ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।